ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਆਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਆਦਾਬ। ਸੋ ਸੀਰੀਜ਼ ਦਾ ਨਾਮ ਤੁਹਾਨੂੰ ਪਤਾ ਲੱਗ ਗਿਆ ਹੋਊਗਾ, ਟਨਾ ਟਨ ਸੀਰੀਜ਼। ਸੋ ਬੇਸਿਕਲੀ ਨਾਮ ਜਿਵੇਂ ਮੇਰਾ ਫਨਕਾਰ ਹੈ, ਯੂਨੀਕ ਹੈ। ਸੋ ਆਬਵੀਅਸ ਗੱਲ ਹੈ ਕਿ ਮੈਨੂੰ ਯੂਨੀਕ ਨਾਮ ਚਾਹੀਦਾ ਸੀ। ਇਸ ਤੋਂ ਪਹਿਲਾਂ ਵੀ ਆਪਾਂ ਬਹੁਤ ਸੀਰੀਜ਼ ਚਲਾਈਆਂ, ਜਿਵੇਂ ਕਿ DNT ਸੀਰੀਜ਼ ਜਿਹਦੇ ਵਿੱਚ ਬਹੁਤ ਮਸ਼ਹੂਰ ਹੋਈ ਆ, ਠੀਕ ਹੈ ਨਾ। ਸੋ DNT ਸੀਰੀਜ਼ ਸੀਗੀ, ਉਹ ਵੀ MCQ ਦੀ ਸੀਰੀਜ਼ ਸੀ। ਟਨਾ ਟਨ ਸੀਰੀਜ਼ ਵੀ MCQ ਦੀ ਸੀਰੀਜ਼ ਹੈ। ਐਂਡ ਇਸ MCQ ਸੀਰੀਜ਼ ਦੇ ਵਿੱਚ ਕੀ ਡਿਫਰੈਂਟ ਰਹੂਗਾ? ਡਿਫਰੈਂਟ ਰਹੂਗਾ ਉਹ ਟੌਪਿਕ, ਉਹ MCQ, ਉਹ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਆਮ ਤੌਰ ਤੇ ਇਗਨੋਰ ਕਰ ਦਿੰਦੇ ਹਾਂ, ਜਾਂ ਐਂ ਕਹਿ ਲਓ ਪੇਪਰ ਦੇ ਵਿੱਚ ਆ ਜਾਂਦੇ ਤੇ ਉਹਨਾਂ ਨੂੰ ਆਪਾਂ ਛੱਡ ਦਿੰਦੇ ਆ। ਬਹੁਤ ਹੀ ਵਧੀਆ ਤੇ ਨਾਲ ਡਿਟੇਲ ਐਕਸਪਲੇਨੇਸ਼ਨ, ਨੋ ਵਨ ਲਾਈਨਰ, ਯਾਨੀ ਰੱਟਾ ਰੁੱਟੇ ਵਾਲਾ ਕੰਮ ਨਹੀਂ ਹੈਗਾ ਆਪਣੇ ਕੋਲੇ, ਕਨਸੈਪਟ ਵਾਲਾ ਕੰਮ ਹੈ। ਜਿਵੇਂ ਮੈਂ ਕੋਰਸਿਸ ਦੇ ਵਿੱਚ ਪੜਾਉਣਾ, ਜਿਹੜੇ ਕਿ ਬਹੁਤ ਸਾਰੇ ਸਟੂਡੈਂਟ ਜਿਵੇਂ ਕੋਰਸਿਸ ਦੇ ਵਿੱਚ ਪੜ੍ਹਦੇ ਆ, ਉਹਨਾਂ ਨੂੰ ਤਾਂ ਇਹ ਕੁਐਸਚਨ ਮੇ ਵੀ ਸੌਖੇ ਲੱਗ ਸਕਦੇ ਆ, ਪਰ ਠੀਕ ਆ ਜੇਕਰ ਤੁਸੀਂ ਕਿਤੋਂ ਵੀ ਪੜ੍ਹਦੇ ਹੋ ਤਾਂ ਇਹ ਕੁਐਸਚਨ ਤੁਹਾਡੇ ਵਾਸਤੇ ਇੰਨੇ ਜ਼ਿਆਦਾ ਬੈਨੀਫਿਟ ਰਹਿਣਗੇ ਕਿ ਤੁਸੀਂ ਕਿਸੇ ਵੀ ਐਗਜ਼ਾਮ ਦੇ ਵਿੱਚ ਜਾਓਗੇ, ਬਸ ਐਂ ਕਹ ਲਓ ਵੀ ਝੰਡੇ ਗੱਡੇ ਆਉਂਗੇ, ਰਾਈਟ ਹੈ। ਸੋ ਯੂਜ਼ਫੁਲ ਫॉर ਆਲ ਪੰਜਾਬ ਐਗਜ਼ਾਮ। ਆਏ ਨਾ ਪੁੱਛੋ ਕਿ ਸਰ ਮੈਂ ਇਸ ਪੇਪਰ ਦੀ ਤਿਆਰੀ ਕਰਦੀ ਹਾਂ ਜਾਂ ਕਰਦਾ, ਮੈਨੂੰ ਯੂਜ਼ਫੁਲ ਹੈ ਜਾਂ ਨਹੀਂ ਹੈ। ਜੇਕਰ ਤੁਸੀਂ ਕਿਸੇ ਵੀ ਸੈਂਟਰ ਐਗਜ਼ਾਮ, ਕਿਸੇ ਵੀ ਸਟੇਟ ਦਾ ਜਾਂ ਪੰਜਾਬ ਦਾ ਕੋਈ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਐਂਡ GS ਵਾਸਤੇ ਯਾਨੀ ਜਨਰਲ ਨੌਲੇਜ, ਜਨਰਲ ਜਿਹਨੂੰ ਆਪਾਂ ਕਹਿੰਦੇ ਆ GK, ਉਹਦੇ ਵਾਸਤੇ ਜੇਕਰ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਤੁਹਾਡੀ ਇਹ ਸੀਰੀਜ਼ ਤੁਹਾਡੇ ਵਾਸਤੇ ਪਲੱਸ ਪੁਆਇੰਟ ਦਾ ਕੰਮ ਕਰੂਗੀ। ਪਲੱਸ ਵੀ ਨਹੀਂ, ਐਂ ਕਹ ਲਓ ਜਿਵੇਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੁੰਦਾ, ਬਹੁਤ ਹੀ ਤਗੜੇ ਤਰੀਕੇ ਦੇ ਨਾਲ। ਬਾਕੀ ਆਪਣੀ ਐਪਲੀਕੇਸ਼ਨ ਹੈ ਰੇਸ ਅਕੈਡਮੀ ਆਫੀਸ਼ੀਅਲ, ਉਹਨੂੰ ਇੰਸਟਾਲ ਕਰ ਲਿਓ। ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਨਾਮ ਟਨਾ ਟਨ ਕਿਉਂ ਰੱਖਿਆ? ਮਿਊਜ਼ਿਕ ਦੇ ਨਾਲ ਰਿਲੇਟਡ ਮੇਰਾ ਨਾਮ ਹੈ, ਟਨਾ ਟਨ ਵੀ ਮਿਊਜ਼ਿਕ ਦੇ ਨਾਲ ਰਿਲੇਟਡ ਹੈ। ਸੋ ਬੇਸਿਕਲੀ ਐਂ ਕਹ ਲਓ ਵੀ ਇਹਨਾਂ ਕੁਐਸਚਨਸ ਨੂੰ ਕਰਕੇ ਤੁਹਾਡਾ ਮਨ ਆ ਜਿਹੜਾ ਉਹ ਟਨਾ ਟਨ ਹੋ ਜਾਣਾ। ਤੁਹਾਨੂੰ ਯਾਦ ਆਇਆ ਕਰਨੀ ਕਿ ਯਾਰ ਟਨਾ ਟਨ ਸੀਰੀਜ਼ ਦੇਖ ਲਈਏ ਤਾਂ ਕਿ ਯਾਨੀ ਆਪਣਾ ਫਾਇਦਾ ਹੋ ਜਾਏ ਕੁਐਸਚਨ ਦੇ ਵਿੱਚ। ਐਂਡ ਬਹੁਤ ਟਾਈਮ ਬਾਅਦ ਮੈਂ ਸੀਰੀਜ਼ ਇਸ ਕਰਕੇ ਲੈ ਕੇ ਆਇਆ ਕਿਉਂਕਿ ਰੈਗੂਲਰ ਕੋਰਸਿਸ ਚੱਲਦੇ ਰਹਿੰਦੇ ਆ, ਟਾਈਮ ਨਹੀਂ ਮਿਲਦਾ। ਬਹੁਤ ਸਾਰਾ ਕੁਛ ਆ, ਜਿਵੇਂ ਆਨਲਾਈਨ ਸਟੂਡੀਓ ਵੀ ਆਪਣਾ ਬਣ ਰਿਹਾ ਹੈਗਾ, ਉਹ ਮੈਂ ਜਲਦੀ ਦੱਸ ਦੂੰਗਾ। ਜਿਵੇਂ ਬਠਿੰਡਾ ਦੇ ਵਿੱਚ ਮੈਂ ਦੱਸਿਆ ਵੀ ਸੀਗਾ ਕਿ ਇੱਕ ਸੈਂਟਰ ਹੈ, ਰਾਈਟ। ਸੋ ਮੈਂ ਜਲਦੀ ਦੱਸ ਦੂੰਗਾ ਵੀ ਕਦੋਂ ਤੱਕ ਉਹ ਓਪਨ ਹੋਊਗਾ, ਕੀ ਗੱਲਬਾਤ ਹੈ। ਸੋ ਬਹੁਤ ਜਗ੍ਹਾ ਤੇ ਬਿਜ਼ੀ ਰਹੀਦਾ, ਇਸ ਕਰਕੇ ਸੀਰੀਜ਼ ਲਿਆਉਣੀ ਔਖੀ ਹੋ ਜਾਂਦੀ ਹੈ। ਬਟ ਹੁਣ ਇਹ ਸੀਰੀਜ਼ ਕੰਟੀਨਿਊ ਰਹੂਗੀ। ਪਹਿਲਾ ਆਪਣਾ ਦਿਨ ਹੈ, ਯਾਨੀ ਤੁਸੀਂ ਇਹ ਮੰਨ ਲਓ ਵੀ ਇਹਦੇ ਵਿੱਚ ਇੰਨੇ ਇੰਪੋਰਟੈਂਟ ਕੁਐਸਚਨ ਹੋਣਗੇ ਜਿਹੜੀ ਤੁਹਾਡੀ ਐਕਸਪਲੇਨੇਸ਼ਨ ਦੇ ਨਾਲ ਬਸ ਤੁਸੀਂ ਕਰਨਾ ਕੀ, ਇਹਨਾਂ ਨੂੰ ਨੋਟ ਕਰਨਾ। ਬਹੁਤੇ ਕੁਐਸਚਨ ਇਹ ਨਹੀਂ ਹੋਣੇ ਤਾਂ ਕਿ ਤੁਹਾਨੂੰ ਐਂ ਨਾ ਲੱਗੇ ਵੀ ਬਹੁਤਾ ਟਾਈਮ ਲੱਗ ਰਿਹਾ। ਬਹੁਤ ਐਂ ਕਹਿ ਲਓ ਵੀ ਥੋੜੇ ਕੁਐਸਚਨਾਂ ਦੇ ਵਿੱਚ ਆਪਾਂ ਬਹੁਤ ਕੁਝ ਕਵਰ ਕਰ ਜਾਵਾਂਗੇ। ਤਾਂ ਜਲਦੀ ਆਪਾਂ ਗੱਲਾਂ ਬਾਤਾਂ ਨਾ ਕਰਦੇ ਹੋਏ ਜਲਦੀ ਆਪਾਂ ਕੁਐਸਚਨਾਂ ਦੀ ਸੀਰੀਜ਼ ਨੂੰ ਸਟਾਰਟ ਕਰਦੇ ਹਾਂ। ਅੱਜ ਪਹਿਲਾ ਦਿਨ ਸੀ, ਸੋ ਥੋੜੀਆਂ ਬਹੁਤ ਗੱਲਾਂ ਬਾਤਾਂ ਮੈਂ ਕਰ ਰਹੀਆਂ ਸੀ। ਸੋ ਟਨਾ ਟਨ ਸੀਰੀਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਜਦੋਂ ਵੀ ਮੈਂ ਆਇਆ ਕਰੂੰਗਾ ਤਾਂ ਕਿਹਾ ਕਰੂ ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ। ਟਨਾ ਟਨ ਸੀਰੀਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋ ਡੇ ਪਹਿਲਾ, ਸੋ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਆ ਰਿਹਾ। ਪਹਿਲਾ ਕੁਐਸਚਨ ਧਿਆਨ ਦੇ ਨਾਲ, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ। ਇੱਕ ਹੋਰ ਚੀਜ਼ ਹੁਣੇ ਹੀ ਮਿਥ ਲਓ ਕਿ ਜਦੋਂ ਵੀ ਮੈਂ ਇਹ MCQ ਸੀਰੀਜ਼ ਲਗਾਉਂਗਾ ਤਾਂ ਨਾਲ ਦੀ ਨਾਲ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਪਹਿਲਾਂ ਕੁਐਸਚਨ ਦਾ ਆਨਸਰ ਆਪ ਲਾਉਣਾ। ਪਤਾ ਲੱਗਣਾ ਚਾਹੀਦਾ ਕਿ ਆਪਾਂ ਕਿੰਨੇ ਪਾਣੀ 'ਚ ਹੈਗੇ ਆ, ਰਾਈਟ। ਸੋ ਪਹਿਲਾ ਕੁਐਸਚਨ ਕੀ ਆ? ਕੰਸੀਡਰ ਦ ਫੋਲੋਇੰਗ ਸਟੇਟਮੈਂਟਸ। ਚਲੋ ਤਾਂ ਪਹਿਲੀ ਸਟੇਟਮੈਂਟ ਹੈਗੀ ਹੈ ਭਾਈ, ਕਿਊਪਰ ਬੈਲਟ ਆ ਜਿਹੜੀ ਕਹਿੰਦੇ ਉਹ ਐਗਜ਼ਿਸਟ ਕਰਦੀ ਆ ਮਾਰਸ ਤੇ ਅਰਥ ਦੇ ਵਿਚਕਾਰ, ਰਾਈਟ ਹੋ ਗਿਆ। ਐਸਟਰੋਇਡ ਬੈਲਟ ਆ ਜਿਹੜੀ ਉਹ ਐਗਜ਼ਿਸਟ ਕਰਦੀ ਹੈ ਮਾਰਸ ਤੇ ਜੁਪੀਟਰ ਦੇ ਵਿਚਕਾਰ। ਆਪਾਂ ਸੋਲਰ ਸਿਸਟਮ ਬਹੁਤ ਵਾਰ ਪੜ੍ਹਦੇ ਹਾਂ, ਸੋਲਰ ਸਿਸਟਮ ਤੁਸੀਂ ਬਹੁਤ ਵਾਰ ਪੜ੍ਹਿਆ ਹੋਣਾ, ਪਤਾ ਹੈਗਾ ਕਿ ਸਨ ਹੈ। ਆਪਾਂ 8 ਪਲੈਨਟਾਂ ਦੀ ਗੱਲ ਕਰਦੇ ਹਾਂ, ਚਾਹੇ ਉਹ ਟੈਰੇਸਟਰੀਅਲ ਆ ਜਾਂ ਫਿਰ ਆਪਾਂ ਗੈਸੀਅਸ ਪਲੈਨਟ ਦੀ ਗੱਲ ਕਰਦੇ ਹਾਂ, ਰਾਈਟ ਹੋ ਗਿਆ। ਇਹ ਸਾਰਿਆਂ ਨੂੰ ਹੀ ਪਤਾ ਹੋਊਗਾ, ਬਹੁਤ ਜਾਣੇ ਪੜ੍ਹਦੇ ਆ, ਰਾਈਟ ਹੈ। ਬਹੁਤ ਸਾਰੀਆਂ ਹਾਈਪੋਥੀਸਿਸ ਹੈ ਕਿ ਸਨ ਤੋਂ, ਜਿਵੇਂ ਆਪਾਂ ਟਾਈਡਲ ਹਾਈਪੋਥੀਸਿਸ ਦੀ ਗੱਲ ਕਰਦੇ ਹਾਂ ਕਿ ਭਾਈ ਕੁਝ ਟਾਈਡਸ ਨਿਕਲੇ ਇਸ ਤਰੀਕੇ ਦੇ ਨਾਲ, ਐਂਡ ਉਹ ਡਿਊ ਟੂ ਯਾਨੀ ਕਿ ਆਪਾਂ ਕੁਝ ਟਾਈਮ ਬਾਅਦ ਯਾਨੀ ਕਿ ਉਹ ਜਿਹੜੇ ਸੈਪਰੇਟ ਹੋ ਗਏ ਐਂਡ ਉਹ ਕੁਝ ਪਲੈਨਟਸ ਦੀ ਫਾਰਮ ਦੇ ਵਿੱਚ ਬਣ ਗਏ। ਬਿਗ ਬੈਂਗ ਥਿਊਰੀ ਤੁਸੀਂ ਪੜ੍ਹੀ ਹੈ ਕਿ ਬਹੁਤ ਵੱਡਾ ਬਲਾਸਟ ਹੋਇਆ, ਬਹੁਤ ਸਾਰੇ ਡਸਟ ਪਾਰਟੀਕਲ, ਬਹੁਤ ਸਾਰੇ ਗੈਸਿਸ, ਬਹੁਤ ਵੱਡਾ ਸੋਲਿਡ ਜਿਹੜਾ ਕਿ ਹੈਗਾ ਦੂਰ ਦੂਰ ਤੱਕ ਫੈਲ ਗਿਆ। ਜਿਵੇਂ ਆਪਾਂ ਗੱਲਬਾਤ ਕਰਦੇ ਹਾਂ ਪੂਰੇ ਬ੍ਰਹਿਮੰਡ ਯਾਨੀ ਯੂਨੀਵਰਸ ਦੇ ਬਣਨ ਦੀ, ਉਸੇ ਤਰੀਕੇ ਦੇ ਨਾਲ ਆਪਣਾ ਸੋਲਰ ਸਿਸਟਮ ਵੀ ਇਸੇ ਤਰੀਕੇ ਦੇ ਨਾਲ ਬਣਦਾ ਆਪਾਂ ਨੂੰ ਦਿਖਿਆ, ਰਾਈਟ। ਸੋ ਬੇਸਿਕਲੀ ਗੱਲ ਕੀ ਹੈ ਕਿ ਜਿਹੜੇ 8 ਪਲੈਨਟ ਬਣੇ ਆ, ਜਦੋਂ ਆਪਾਂ ਮਾਰਸ ਤੇ ਜੁਪੀਟਰ ਦੀ ਗੱਲ ਕਰਦੇ ਆ, ਮੰਗਲ ਤੇ ਜੁਪੀਟਰ ਦੀ ਗੱਲ ਕਰਦੇ ਆ, ਤਾਂ ਇਹਨਾਂ ਦੇ ਵਿਚਕਾਰ ਬਹੁਤ ਸਾਰੇ ਡਸਟ ਪਾਰਟੀਕਲਸ ਆ ਜਿਹੜੇ ਉਹ ਆਸੇ-ਪਾਸੇ ਇਹਦੇ ਘੁੰਮਦੇ ਰਹਿੰਦੇ ਆ, ਆਸੇ-ਪਾਸੇ ਘੁੰਮਦੇ ਰਹਿੰਦੇ ਆ, ਯਾਨੀ ਬਚਿਆ ਖੁਚਿਆ ਮਾਲ ਹੈ। ਜਿਵੇਂ ਆਪਾਂ ਬਹੁਤ ਸਾਰੀ ਗੱਲ ਕਰੀਏ ਕਿ ਇੱਕ ਬਹੁਤ ਵੱਡੇ ਪੱਥਰ ਨੂੰ ਆਪਾਂ ਤੋੜਤਾ, ਹੁਣ ਉਹਦੇ ਵਿੱਚੋਂ ਤਾਂ ਭਾਵੇਂ ਇੱਕ ਬਹੁਤ ਵੱਡਾ ਗੋਲਾ ਨਿਕਲਿਆ ਪਰ ਛੋਟੇ ਛੋਟੇ ਟੁਕੜੇ ਉਹਦੇ ਆਸੇ-ਪਾਸੇ ਘੁੰਮਣ ਲੱਗ ਗਏ ਡਿਊ ਟੂ ਗ੍ਰੈਵਿਟੀ, ਰਾਈਟ।
सो उस बेल्ट नूं आपां की कहने एस्ट्रॉयड बेल्ट। हुण इहदे बारे बहुत डिटेल दे विच तां मैं जियोग्राफी की क्लास दे विच ही पढ़ाऊंगा, इत्थे जिन्ना हो सकिया कि तां कि तुहाडी हैल्प हो सके, क्योंकि इत्थे बहुत अलग अलग तरह के स्टूडेंट होणगे जिन्हां ने जमा ही नहीं पढ़िया हो, जां जिन्हां ने माड़ा मोटा पढ़िया हो, जां जिन्हां ने कितों ना कितों पढ़ ही रखिया, राइट। सो एस्ट्रॉयड बेल्ट है जिहड़ी ओह डस्ट पार्टिकल्स है जां ओह गैसीअस डस्ट पार्टिकल्स है जिहड़े कि मार्स ते जुपिटर दे विचकार यानी घूमते रहते हैं। सो दूसरी स्टेटमेंट बिल्कुल राइट होगी। बहुत जाने नूं क्यूपर बेल्ट बारे हुण नहीं पता होगा, तो मैं दस दिना। सो बेसिकली जिवें मैं सन की गल की है तो उस तो बाद आपां प्लैनेट्स की गल की है, तो सेम आपां जो गल की है कि मार्स ते जुपिटर के विचकार एक बेल्ट है जिन्हों एस्ट्रॉयड बेल्ट कहा जाता है। एवें ही आपां कदे सोचा कि 8 प्लैनेट पूरे हो गए, 8 प्लैनेट पूरे होने तो बाद की है, 8 प्लैनेट पूरे होने तो बाद की है। सो बेसिकली जो आप पहले 4 पढ़ते हैं, पहले 4 बाद जो एक बेल्ट आती है तो आखिरी 4 बाद भी एक बेल्ट आती है जिन्हों क्यूपर बेल्ट कहा जाता है। एंड ये भी एस्ट्रॉयड बेल्ट वर्गी है, यानी कुछ डस्ट पार्टिकल या कुछ बचा कुछ माल आ जो आसे पासे घूमदा गा। यानी कहने का मतलब क्या कि पहले 4 प्लैनेट के आखिरी 4 प्लैनेट तो बाद 2 बेल्ट आउंदियां, पहले 4 तो बाद यानी जी मार्स ते जुपिटर विचकार आ वो एस्ट्रॉयड बेल्ट आ, एंड आखिरी 4 तो बाद जी बेल्ट आउंदी है उन्होंने आपां कहने क्यूपर बेल्ट। हुण क्वेश्चन ये भी आउंदा होऊ कि जेकर आपां मार्स ते जुपिटर के विचकार एस्ट्रॉयड बेल्ट की गल करते हैं तो क्यूपर बेल्ट फिर किहदे विचकार आउंदी आ, क्योंकि आखिरी प्लैनेट तो आपां नूं पता लग गया, आखिरी प्लैनेट तो आपां नूं पता लग गया नेपच्यून है, उस तो बाद क्यूपर बेल्ट है, फिर उस तो बाद की है। तो जो आप गल करते कि बियॉन्ड द सोलर सिस्टम यानी कि सोलर सिस्टम के एंड तो बाद की आ, तो बचे खुचे बदल रह जाते हैं, बचा खुचा गैसीअस पार्टिकल रह जाता, क्योंकि अल्टीमेट तो सारिया गैसिज ही है, राइट। सो गैसीअस पार्टिकल्स कुछ बदल रह जाते, कुछ गैसिज रह जांदियां, उन्होंने आप कहने ऊट क्लाउड्स, ऊट क्लाउड्स। मैनू पता है कि मैं ये क्वेश्चन वधिया चक्या एंड बहुत सारे स्टूडेंट है जिन्होंने शायद ना पता हो, उन्होंने लगू भी ये आप की करी जाने, असीं तो किते पढ़े ही नहीं, पर जे मेरे तो पढ़े होंगे तो ऑब्वियस पढ़िया होगा, जे नहीं तो अज जान लो कि आप सोलर सिस्टम की गल कर रहे हैं। सन है, 8 प्लैनेट है, 8 प्लैनेट बारे तो सारा कुछ पता होगा। मार्स ते जुपिटर के विचकार एस्ट्रॉयड बेल्ट है। जदों आप सोलर सिस्टम पूरे 8 प्लैनेट पढ़ लेने हैं, उस तो बाद एक बेल्ट आउंदी है क्यूपर बेल्ट है, एंड उस तो बाद कुछ बदल है जिहड़े गैसीअस फॉर्म दे विच हैगे आ जिहड़े बने रह जाते हैं ऊट क्लाउड्स, यानी कि मिसलेनियस ऊट क्लाउड्स उन्होंने कहा जाता है। ये बहुत बारी पूछा जाता है कि सोलर सिस्टम के बियॉन्ड की है, जो सोलर सिस्टम आप पार कर लेने उस तो बाद की बचदा ऊट क्लाउड्स। हालांकि होर भी डिटेल दे विच तां फिर क्लास दे विच ही जाना पऊगा, राइट हो गया। सो क्यूपर बेल्ट यानी पहली स्टेटमेंट गलत होगी, क्यों? क्योंकि पहली स्टेटमेंट ने कहा कि यह मार्स ते अर्थ के विचकार है, पहली स्टेटमेंट होगी गलत, दूसरी स्टेटमेंट सही है। सो इसका आंसर क्या होगा? करेक्ट पूछा, ओनली 2 आंसर आऊगा। आई समझ में बात? बहुत सौखा हो गया। अगला अगला क्वेश्चन ध्यान दे नाल वीडियो पॉज करके अपना सोच लो पहले आंसर, उस तो बाद आप क्वेश्चन सॉल्व करते हैं। देखो, विच ऑफ द फॉलोइंग इज करेक्ट रिस्पैक्ट टू एवोल्यूशन ऑफ अर्थ, यानी अर्थ जो इवॉल्व हुई है, यानी अर्थ की जो फॉर्मेशन हुई है, अर्थ जो इवॉल्व हो रही सी, तो वो स्टेटमेंटा दी हुई भी की कुछ होया। हुण बहुत जने ने इस चीज़ को पढ़िया नहीं हो, क्योंकि आप यूनीवर्स हो गया या जियोग्राफी हो गया, इन्वायरमेंट हो गया, इसनों इग्नोर कर जाते हैं, पॉलिटी हिस्टरी वाल ज़्यादा जोर देते, पर इतों भी क्वेश्चन निकल के आते हैं। एंड ये क्वेश्चन बेस्ट आ जोड़े हर एग्जाम के काम आउणगे या तुहानूं देखने मिल जाएंगे। चलो पहला क्वेश्चन, पहला यानी आप स्टेटमेंट पढ़ते हैं। पहली स्टेटमेंट की है, कहता द अर्थ गैट्स इवॉल्वड, अर्थ बनी है कितों? फ्रॉम द हॉट एंड बैरन ऑब्जेक्ट टू अ सॉलिड ऑब्जेक्ट बाय अ ग्रैजुअल प्रोसैस ऑफ कूलिंग एंड डेंसिटी डिफरेंशिएशन। जदों आप गल करते हैं बिग बैंग थ्योरी की, तो आप यूनीवर्स ब्रह्मंड बनने की गल करते हैं, यानी बहुत वड्डा एक एक्सप्लोजन होया, बहुत सारे टुकड़े निकले, बहुत सारे सॉलिड, बहुत सारा डस्ट पार्टिकल, बहुत सारे गैसिज निकलियां, एंड उहदे विच अपनी एक धरती भी निकलती है, राइट, जिहड़ी आपां अज दी धरती। बट ऐ तो है नहीं जिवें अज धरती आ नाल दी नाल इवें बन गई हो, तो इहनूं 4.6 बिलियन साल आपां गलबात करदे कि इन्ने साल लग गए जिहड़ी आपां अज गल कर रहे हैं कि अज दी धरती है। सो पहला की सी? पहला एक बहुत बैरन लैंड सी, सॉलिड पार्टिकल सी, बैरन ऑब्जेक्ट सी, बहुत ही गर्म सी, क्योंकि बहुत एक्सप्लोजन होया तो बहुत गर्म सी। उस तो बाद हौली हौली ग्रैजुअली कूलिंग प्रोसैस राही ठंडी यानी कि हुई,
ਡਾਇਨੈਸਟੀ ਘਣਤਾ ਇਹਦੀ ਵੱਧਦੀ ਘਟਦੀ ਗਈ, ਉਹਦੇ ਵਿੱਚ ਡਿਫਰੈਂਸ ਆਉਂਦਾ ਗਿਆ, यानी कि अर्थ इस तरीके दे नाल बनी। यानी ये शुरुआती दिनों की आप गल करते हैं, ये आप शुरुआती दिनों की गल कर रहे हैं। यानी पहली स्टेटमेंट बिल्कुल सही है कि यह एक हॉट एंड बैरन ऑब्जेक्ट सॉलिड ऑब्जेक्ट सी जिहड़ा कि ग्रैजुअल प्रोसैस ऑफ कूलिंग ठंडे होने तो बाद यह चीज़ बनी है। हुण आपां अज दे एटमोसफीयर की गल करते हैं कि एटमोसफीयर दे विच ट्रोपोसफीयर है जी, स्ट्रैटोसफीयर है जी, मीसोसफीयर है जी, एक्सोसफीयर है जी, आयनोसफीयर विच आ जांदी है। सो आप जो आप इन्होंने लेयर्स की गल करते हैं, ये तो अज के एटमोसफीयर की गल करते हैं। जो शुरू धरती बनी सी तो उदों एक पहला भी एटमोसफीयर बनया सी, बस गल यह है कि वह बेचारा एटमोसफीयर अपना मर गया। उस एटमोसफीयर को कहा जाता प्राइमरी एटमोसफीयर जां कह लो फस्ट एटमोसफीयर। नवीं नवीं धरती बनी है, हजे तो हॉट एंड बैरन है, तो बहुत सारी गैसिज उत्थे इकट्ठियां होने लग गई, एटमोसफीयर बनया जिवें आपां अज दे एटमोसफीयर की गल करते हैं। पर यह शुरू वाला क्योंकि धरती बहुत ज़्यादा गर्म सी, बहुत ज़्यादा टैंपरेचर सी, बहुत ही ज़्यादा टैंपरेचर होने करके आए कह लो भी जो पहला एटमोसफीयर बनया सी उहदी जिहड़ी लेयर सी वो बहुत ज़्यादा पतली बनी सी, बहुत ही ज़्यादा पतली बनी सी। एंड ऑबवियस गल है यह सारा कुछ आप गलबात करते हैं सूरज के अराउंड, आप प्लैनेट्स की गल करते हैं कि सूरज के आले दुआले घूमते हैं। सोलर विंड्स की होंदियां जिहड़ियां जिवें हुण आपां गलबात करते हैं एक बहुत वड्डा अग का गोला, तो ऑबवियस गल है वो अग का गोला का मतलब की है वो लाटां निकले। तुसीं लोहड़ी मनाई है, लोहड़ी के जो आप अग बालते हैं तो वो लाटां निकलदियां, उस तरीके दे नाल सूरज के विचों भी लाटां निकलदियां जिन्होंने आप की कहने सोलर विंड्स कहने, जिन्होंने आप सोलर विंड्स कहने। एंड ये सोलर विंड्स इन्नियां ज़्यादा ताकतवर होंदियां कि एक जिहड़ा पहला एटमोसफीयर अपना बनया, एक तो बेचारा नवां सी जिवें नवां जवाक हुंदा राइट है, एक ये बहुत थिन लेयर का सी, थिन लेयर होने करके यह डिस्ट्रॉय हो गया। यह डिस्ट्रॉय हो गया क्योंकि धरती भी नवीं सी, हजे तो नवीं गल्लां बातां सी राइट है। सो धरती का जिहड़ा पहला एटमोसफीयर सी की लिखिया कि इट्स फस्ट एटमोसफीयर वाज लॉस्ट क्यों? ड्यू टू लाइट वेट ऑफ गैसिज, नवां बनया सी, नवीं गैसिज सी, लाइट वेट सी, एंड बिकॉज ऑफ सोलर विंड्स, सोलर विंड करके जिहड़ा पहला एटमोसफीयर सी अपना वो डिस्ट्रॉय हो गया, खत्म हो गया। फिर गैसां इकट्ठियां होने लगियां, फिर प्रोसैस चलिया, फिर उस तो बाद सैकंड एटमोसफीयर बनया। ये सारा कुछ मेरा पढ़ा रखा पूरी डिटेल दे विच राइट। सो कोई चक्कर वाली गल नहीं, जेकर इत्थे समझ रहे हो तो इसनूं बस इस तरीके नाल समझो कि कोई गल नहीं, असीं इन्हां क्वेश्चनां तो ही अपने सिलेबस नूं खत्म कर सकते, जां ऐं कह लो इन्हां क्वेश्चनां तो असीं हैल्प इन्नी क लै ली भी चलो क्वेश्चन सॉल्व हो जाण, ठीक है ना। चलो खैर, तो बेसिकली गल की है कि फस्ट एटमोसफीयर वो खत्म हो जाता है, इस तो बाद सैकंड एटमोसफीयर भी बनता, तीसरी स्टेटमेंट। यानी कहने का मतलब की है कि जो आप पहली स्टेटमेंट की गल करते हैं, पहली स्टेटमेंट तो सही होगी एंड दूसरी स्टेटमेंट भी सही होगी क्योंकि पहला एटमोसफीयर वाज लॉस्ट हो गया ड्यू टू लाइट वेट ऑफ गैसेज एंड बिकॉज ऑफ सोलर विंड्स। ओके हो गया। तीसरी स्टेटमेंट कहता इन द सैकंड स्टेज ऑफ फॉर्मेशन ऑफ द एटमोसफीयर, हुण एटमोसफीयर की सैकंड स्टेज है यानी दूसरी बार बन रहा है राइट। ड्यू टू डी गैसिंग द एटमोसफीयर लार्जली कंटेन्ड वाटर वेपर, नाइट्रोजन, कार्बन डाइऑक्साइड, मीथेन, अमोनिया एंड वेरी लिटिल ऑफ फ्री ऑक्सीजन, वेरी लिटिल ऑफ फ्री ऑक्सीजन, वेरी लिटिल ऑफ फ्री ऑक्सीजन। काफ़ी जाने जवाकों को लगता हो कि यार आ की चल पिया राइट। हुण जो आप पहले एटमोसफीयर की गल करते कि चलो ठीक है पहला एटमोसफीयर ड्यू टू लाइट गैसिज या सोलर विंड्स करके वो लॉस्ट हो गया। जो आप सैकंड एटमोसफीयर की गल करते तो वो भी उही गैसिज है जिमें कि तुहाडी मीथेन होगी, वाटर वेपर हो गया, कार्बन डाइऑक्साइड होगी राइट, बट वेरी लिटल ऑफ फ्री ऑक्सीजन। यह स्टेटमेंट सही आ, काफ़ी जने ने स्टेटमेंट गलत करती हो सिर्फ इस करके कि वेरी लिटल ऑफ फ्री ऑक्सीजन लिखे यानी बहुत घट मात्रा के ऑक्सीजन। जो अपनी धरती बनी आ ऑक्सीजन नहीं सी, बहुत घट सी ऑक्सीजन, ना दे बराबर सी, वेरी लिटल फ्री ऑफ ऑक्सीजन। जो सैकंड स्टेज ऑफ फॉर्मेशन ऑफ एटमोसफीयर यानी जो अपना एटमोसफीयर बनया उदो ऑक्सीजन ना दे बराबर सी। हुण तुहाडे मन दे विच इह आउंदा होना भी ऑक्सीजन आई कित्थों, ये वास्ते तो फिर होर भी डिटेल दे विच पढ़ना पैंदा, बट फिर भी मैं थोड़ा बहुत दस जाना कि भाई जो आप ओशियनस की गल करते हैं, ओशियनस की फॉर्मेशन होंदी है तो हौली हौली प्रोसैस होंदा गा, तो ग्रीन एलगी, ब्लू ग्रीन एलगी, काई ब्लू ग्रीन एलगी पैदा हुई, तो जो वो पैदा हुई तो उन्हें ऑक्सीजन पैदा की, फिर इन्नी ज़्यादा ऑक्सीजन हो गई, ब्लू ग्रीन एलगी पैदा होंदी गई, ऑक्सीजन बनती गई, ऑक्सीजन बनती गई, ऑक्सीजन बनती गई, इन्नी ऑक्सीजन बन गई कि पूरे एटमोसफीयर के
फैल गई। यानी इन द सैकेंड स्टेज ऑफ फॉर्मेशन ऑफ एटमॉस्फेयर, सैकेंड स्टेज वेले ड्यू टू डी गैसिंग द एटमॉस्फेयर लार्जली कंटेंड, लार्जली जो बहुत मात्रा ਦੇ ਵਿੱਚ ਸੀ ਉਹ ਕਿਹੜੀਆਂ ਸੀਗੀਆਂ, ਵਾਟਰ ਵੇਪਰ ਸੀ, ਨਾਈਟ੍ਰੋਜਨ ਸੀ, ਕਾਰਬਨ ਡਾਈਆਕਸਾਈਡ ਸੀ, ਮੀਥੇਨ ਸੀ, ਅਮੋਨੀਆ ਸੀ, ਪਰ ਆਕਸੀਜਨ ਬਹੁਤ ਘੱਟ ਮਾਤਰਾ ਦੇ ਵਿੱਚ ਸੀ। ਤੇ ਇਹ ਸਹੀ ਆ ਐਂਡ यूपीएससी ਦੇ ਵਿੱਚ ਕੁਐਸਚਨ ਆਇਆ ਵੀ ਹੋਇਆ, ਇੱਥੇ ਲਿਖ ਕੇ ਸਿੱਧਾ ਕਿ ਲਾਰਜਲੀ ਕੰਟੇਨਡ ਆਕਸੀਜਨ, ਲਾਰਜਲੀ ਕੰਟੇਨਡ ਨਹੀਂ ਸੀ, ਆਕਸੀਜਨ ਬਾਅਦ ਦੇ ਵਿੱਚ ਬਣੀ ਆ ਬਿਕਾਜ਼ ਆਫ ਬਲੂ ਗ੍ਰੀਨ ਐਲਗੀ। ਐਨੀ ਡਿਟੇਲ ਦੇ ਵਿੱਚ ਪੜ੍ਹਨਾ ਪਊਗਾ। यानी कहने का मतलब तीसरी स्टेटमेंट भी बिल्कुल सही होगी। पहली स्टेटमेंट की आ कि धरती इवॉल्व हुई आ फ्रॉम द हॉट एंड बैरन सॉलिड ऑब्जेक्ट ड्यू टू द प्रोसेस ऑफ कूलिंग, राइट हो गया। तीसरा दूसरी स्टेटमेंट की है कि पहला एटमॉस्फेयर बनया जी, ठीक है, वो उड़ गया ड्यू टू सोलर विंड्स हो गया। सैकंड ਦੇ ਵਿੱਚ ਬਣਿਆ ਜਿੱਥੇ ਵੀ ਬਹੁਤ ਘੱਟ ਆਕਸੀਜਨ ਆ, ਬਾਕੀ ਗੈਸਿਸ ਹੈਗੀਆਂ। ਚੌਥੀ ਸਟੇਟਮੈਂਟ ਤੇ ਆ ਜਾਂਦੇ ਆ। ਚੌਥੀ ਸਟੇਟਮੈਂਟ ਕਹਿੰਦਾ ਦ ਐਵੋਲੂਸ਼ਨ ਆਫ ਲਾਈਫ came into existence before the formation of ocean, before the formation of ocean। नहीं ਤੁਹਾਨੂੰ ਲੱਗਦਾ ਵੀ ਪਾਣੀ ਬਾਅਦ ਚ ਆਇਆ, ਆਪਾਂ ਪਹਿਲਾਂ ਆ ਗਏ? ਨਹੀਂ ਨਾ। ਫਾਰਮੇਸ਼ਨ ਆਫ ਲਾਈਫ ਦਾ ਮਤਲਬ ਆਪਾਂ ਜਾਂ ਜਾਨਵਰ ਕਹਿ ਲਓ, ਤਾਂ ਜਾਨਵਰ ਜਾਂ ਆਪਾਂ ਵੀ ਜਾਨਵਰ ਹੀ ਆ। ਸੋ ਬੇਸਿਕਲੀ ਆਪਣੀ ਫਾਰਮੇਸ਼ਨ ਬਾਅਦ ਚ ਹੋਈ ਹੈ, ਰਾਈਟ ਆ। ਸੋ ਆਪਣੇ ਤੋਂ ਪਹਿਲਾਂ ਫਾਰਮੇਸ਼ਨ ਓਸ਼ੀਅਨ ਦੀ ਹੋ ਚੁੱਕੀ ਆ। ਸੋ ਚੌਥੀ ਸਟੇਟਮੈਂਟ ਗਲਤ ਹੈ। ਇਹਨੇ ਕੀ ਕਿਹਾ, ਦ ਐਵੋਲੂਸ਼ਨ ਆਫ ਲਾਈਫ ਕੇਮ ਇਨਟੂ ਐਗਜ਼ਿਸਟੈਂਸ ਬਿਫੋਰ ਦ ਫਾਰਮੇਸ਼ਨ ਆਫ ਓਸ਼ੀਅਨ, गलत है, राइट है। सो ये स्टेटमेंट होगी गलत, यानी पहली तीन स्टेटमेंट राइट ने। तो इत्थे आ गया तुहाडा बी ऑप्शन, पहला, दूसरा तो तीसरा। आई समझ में बात? डरना नहीं, घबराउणा नहीं। घबराउणा उदों चाहिए जदों आपां नूं समझ ना लगे। काफ़ी जवाक इस चक्कर दे विच डीमोटिवेट रहिंदे। मेरे कोल तां कॉलां बहुत आउंदी रहिंदियां, सर जी डीमोटिवेट हो गए। क्यों हो गए भाई? सर जी पेपर तां कोई हुंदा नहीं, पेपर तां जी कैंसल हो गए। मैं कहा अच्छा ठीक है, पेपर कैंसल हो गए। हाँ जी, असी जी पंजाब का पेपर दिता, पुलिस का पेपर दिता सी, पर जी पेपर कैंसल हो गए, बड़े डीमोटिवेट हो गए। मैं कहा जी कैंसल ना होंदा किन्ने नंबर सी? ये बहुत जन मैं गल करदा, मैं थोड़ा लगदा भी थोड़े नाल भी गल कीती है, जे कोई विच होया, ठीक है। तो कहते साडे तो नंबर जी घट सी। मैं कहा फिर तुसीं डीमोटिवेट काहदे? तुहानूं तो मोटिवेट होना चाहिए। शुक्र आ कैंसल हो गया, तुहानूं मौका होर मिल रहा है। डीमोटिवेट सिर्फ उन्ना ही स्टूडेंट होगा जिन्नियां पोस्ट हैं, उस तो थोड़ा जिहा वध कह लो जिन्होंने उम्मीद है, यानी कि जिहदा 500 नंबर तो उत्ते बन रहा एससी दे विच डीमोटिवेट तो वह होगा। नंबर 300 बन रहा, आप डीमोटिवेट होके की करना? थोड़ा तो मोटिवेट होना चाहिए भी पेपर शुक्र है कैंसल हो गया। जे कैंसल ना होंदा तो थोड़ा तो हो गया सी काम, हुण तो सगों मौका मिलिया, पर आप हजे भी टाइम वेस्ट कर रहे हैं सिर्फ यही चीज़ कह के कि पेपर तो जी हो नहीं रहा। पेपर जदों होना फिर भाई उदों की करोगे, नंबर तो उदों भी घट आ जाएंगे, ठीक है ना। सो पढ़ो, कोई चक्कर नहीं। मैं ये नहीं कहता कि सरकार के प्रोसैस सही रहे हैं। हुण तां नवीं सरकार आ गई, हुण तां नवीआं उम्मीदां, तो कोई चक्कर नहीं। डिटेल दे विच पढ़ोगे, रट्टा नहीं लाओगे, कंसैप्ट के नाल रहोगे, उगड़ तगड़ भकाई घट मारोगे, ऑब्वियस गल है तरक्की करोगे। नैक्सट क्वेश्चन, कंसिडर द फॉलोइंग। अच्छा, ये क्वेश्चन कल्ले जियोग्राफी के होणगे, ये डाउट आउंदा नहीं। ये क्वेश्चन जियोग्राफी, इन्वायरनमेंट, पॉलिटी, इकनॉमिक्स, जो भी जीके का पोर्शन बनता है, हिस्टरी हो गया, पंजाब हो गया, सारे क्वेश्चन टना टन दिमाग तो ऐ घुमा देना मैं थोड़े ਜਿਹੇ क्वेश्चनों के विच कि लगू कि हाँ यार कुछ पढ़िया, राइट है। चलो खैर, तो कंसिडर द फॉलोइंग पेयर्स ऑफ इग्नियस सैडीमेंटरी रॉक्स एंड मैटामॉर्फिक रॉक्स। फिर गलबात धरती की आप कर लेने। धरती बनी तो बहुत सारा सॉलिड, ओबवियस गल है, रॉक्स बनिया। तो सब तो प्राइमरी रॉक किहड़ी है? प्राइमरी रॉक का मतलब जिहड़ी पहली वार दे विच बनी होवे, फस्ट किहड़ी है? इग्नियस रॉक। मैगमा हो गया, लावा हो गया, ठंडा हो गया जी, मैगमा सॉलिड पार्ट के बन गया, रॉक बन गई, उन्होंने आप कहने इग्नियस रॉक। इग्नियस रॉक तो बाद आउंदी है सैडीमेंटरी रॉक। हुण मान लो इग्नियस रॉक, मान लो आ रॉक है, हवा नाल, पानी नाल, किसी भी तरीके दे नाल इरोजन होगी, तो यह कुछ पार्ट इधर गया, फिर इधर गया, फिर एवें इकट्ठे लेयरां दे विच बन गया इन द फॉर्म ऑफ स्ट्रैटा। स्ट्रैटा का मतलब होंदा लेयर। लेयर फॉर्म दे विच बन जाना, क्योंकि बचा खुचिया किसी को भी कोई डैड प्लांट्स नूं जां रोड़ियां नूं खिच के लै गई, उस तो बाद एक थां ते इकट्ठी हो गई, उन्होंने कहने आपां सैडीमेंटरी रॉक। उन्होंने कहने आपां सैडीमेंटरी रॉक इन द फॉर्म ऑफ स्ट्रैटा। लेयर्स बन जांदियां बेसिकली, एक लेयर आके जम गई, फिर दूसरी, फिर तीसरी, फिर चौथी, इस तरीके दे नाल उहदे उपर 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 आके जम्मी जांदियां। सो वो हुंदी है तुहाडी सैकेंडरी रॉक, यानी सैडीमेंटरी रॉक। हुण प्राइमरी रॉक होगी इग्नियस रॉक, सैडीमेंटरी रॉक होगी सैकेंडरी रॉक,
ਮੈਟਾਮੋਰਫਿਕ ਰੌਕ ਕਿਹੜੀ ਹੁੰਦੀ ਆ? ਮੈਟਾਮੋਰਫਿਕ ਰੌਕ ਹੁੰਦੀ ਹੈ ਜਿਹਦੀ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀ ਚੇਂਜ ਹੋ ਜੇ ਡਿਊ ਟੂ ਟੈਂਪਰੇਚਰ। ਬਹੁਤ ਜ਼ਿਆਦਾ ਟੈਂਪਰੇਚਰ ਸੀਗਾ ਤਾਂ ਉਹਦੀ ਫਾਰਮ ਦੇ ਵਿੱਚ ਫਿਜ਼ੀਕਲ ਜਾਂ ਉਹਦੀ ਫੋਟੋ ਚੇਂਜ ਹੋ ਗਈ, ਜਾਂ ਇਹ ਕਹਿ ਲਓ ਵੀ ਉਹਨੂੰ ਥੋੜਿਆਂ ਦੇ ਨਾਲ ਕੁੱਟ ਕੇ ਉਹਦਾ ਕੁਝ ਹੋਰ ਬਣਾ ਲਿਆ। ਜਿਵੇਂ ਕਿ ਗ੍ਰੇਨਾਈਟ ਦਾ ਬਣਦਾ ਨੀਸ। ਹੁਣ ਆਹੀ ਇਹਨਾਂ ਨੇ ਪੁੱਛਿਆ ਵੀ ਇਹਨਾਂ ਦੇ ਵਿੱਚੋਂ ਕਿਹੜੇ ਤੋਂ ਕੀ ਬਣਦਾ? ਮੈਟਾਮੋਰਫਿਕ ਰੌਕ ਦਾ ਮਤਲਬ ਉਹਦੀ ਫਿਗਰ ਚੇਂਜ ਹੋ ਗਈ, ਮੋਰਫ ਉਹਦੀ ਫਿਗਰ ਹੀ ਚੇਂਜ ਹੋ ਗਈ ਫਿਜ਼ੀਕਲ। ਜਿਵੇਂ ਆਪਾਂ ਜਿਮ ਲਾ ਲੈਂਦੇ, ਜਿਵੇਂ ਮੈਨੂੰ ਕਹਿੰਦੇ ਵੀ ਤੁਸੀਂ ਜਿਮ ਲਾ ਲਓ, ਰਾਈਟ, ਤਾਂ ਮੈਨੂੰ ਕਹਿੰਦੇ ਵੀ ਤੁਸੀਂ ਮੈਟਾਮੋਰਫਿਕ ਬਣ ਜਾਓ, ਯਾਨੀ ਆਪਣੀ ਫਾਰਮ ਚੇਂਜ ਕਰ ਲਓ, ਰਾਈਟ। ਸੋ ਬੇਸਿਕਲੀ ਗੱਲਬਾਤ ਕੀ ਹੈ? ਗੱਲ ਇਹ ਹੈ ਕਿ ਭਾਈ ਇਹਨਾਂ ਤੋਂ ਕੀ ਬਣਿਆ ਤੇ ਕਿਹੜਾ ਸਹੀ ਹੈ, ਇਹੀ ਪੁੱਛਿਆ ਕਿ ਵਿਚ ਆਫ ਦ ਫॉलोइंग ਅਬਵ ਆਰ ਕਰੈਕਟਲੀ ਮੈਚਡ ਐਗਜ਼ਾਮਪਲ ਆਫ ਮੈਟਾਮੋਰਫਿਜ਼ਮ, ਰਾਈਟ ਹੋ ਗਿਆ। ਚਲੋ, ਤਾਂ ਗ੍ਰੇਨਾਈਟ ਤੋਂ ਬਣ ਗਈ ਨੀਸ। ਹੁਣ ਜੇ ਤਾਂ ਪਤਾ ਹੈ ਤਾਂ ਠੀਕ ਹੈ, ਨਹੀਂ ਪਤਾ ਤਾਂ ਇਹ ਸਹੀ ਹੈ। याद कर लो, मैच ऑफ द फॉलोइंग 200% क्वेश्चन तो पूछा जाता है। इस तो बाद लाइमस्टोन तो बनया मार्बल, ये तो सौखा है। मार्बल बनता लाइमस्टोन तो किन्ने वारी आप पढ़िया, राइट हो गया, ये भी सौखा है। इस तो बाद आ गया क्ले तो क्वार्टजाइट, सैंडस्टोन तो चिस्ट, कोल तो डायमंड। आ सही है, कोल तो बनता डायमंड। आप कहने ना कि जिन्ना कोल पक्कूगा, जिन्ने टैंपरेचर रखोगे उन्ना ही डायमंड तकड़ा होंगे, राइट है, उन्ना ही डायमंड ही बनता प्रैशर के नाल बहुत। चलो, राइट हो गया, तो कोल बनता डायमंड, राइट हो गया, यानी आ भी सही है, आ भी सही है, आ भी सही है। हुण क्ले तो बनती है स्लेट या चेस्ट भी बनती है, शेल तो, यह भी एक तरह की रॉक होंगी है, यानी आ स्टेटमेंट गलत है, तो आ भी गलत है क्योंकि सैंडस्टोन तो की बनता है क्वार्टजाइट, ये उल्ट लिखे हुए हैं। क्ले तो बनती है स्लेट या शेल तो चेस्ट बन जाती है, या क्ले तो भी बन जाती है, सैंडस्टोन तो बनता क्वार्टजाइट। सो ਇਹਦਾ मतलब की होया भाई, ये दोनों स्टेटमेंट उल्ट लिखिया हुई, यानी ये दोनों स्टेटमेंट गलत है। तो यानी कि ये सही की आ पहला ते दूसरा ते पंजवां भी नाल सही आ। सो ऑप्शन की आ गया तुहाडा भाई, पहला दूसरा पंजवां इज द राइट आंसर। की तुहाडा आंसर राइट सी? जे राइट सी तो फिर वैरी गुड, कोई चक्कर नहीं, वधिया गल आ। जे गलत हो गया तो भी कोई ना, राइट हो गया या नहीं भाई। चलिए नेक्स्ट क्वेश्चन बात आते हैं, बहुत ही सौखा क्वेश्चन, लास्ट क्वेश्चन शायद मे बी जियोग्राफी तो, इस तो बाद हो आउणगे। विच ऑफ द फॉलोइंग इज करेक्ट विद रेफरेंस टू इग्नियस रॉक। मैं हुणे दस के हटिया इग्नियस रॉक बारे कि इग्नियस रॉक वो आप जी मैगमा ठंडा हो जाता, इग्नियस रॉक सब तो पहला रॉक प्राइमरी रॉक जी बनती है। पहला ऑप्शन पढ़ो, दे आर फॉर्म्ड ड्यू टू द कूलिंग एंड सॉलिडिफिकेशन ऑफ मैगमा सॉलिड हो गया, क्यों हो गया? ड्यू टू कूलिंग, ठंडा हो गया भाई, राइट है। सो पहला ऑप्शन बिल्कुल राइट है। दे वर द फर्स्ट रॉक, प्राइमरी रॉक यानी कि टू ओरिजिनेट, हाँ जी, ड्यूरिंग द फॉर्मेशन ऑफ द अर्थ क्रस्ट। सो धरती बनी है, धरती की क्रस्ट बन रही है, मैगमा प्रैशर टैंपरेचर उगया बाहर आ गया, बाहर आके ठंडा हो गया, रॉक बन गई। ओके, अंदर भी बन जाती रॉक्स भी दो तरीके दी, क्रस्ट भी दो तरीके दी, ओशनिक क्रस्ट ਜਾਂ कॉन्टीनेंटल क्रस्ट होने के बारे तो डिटेलों के ही पढ़ना पऊगा। चलो खैर, डिटेल का मतलब पता की होंगे जो मैं डिटेल के पढ़न को कहना, ਜਦੋਂ ਆਪਾਂ सूरज बारे पढ़ रहे हैं तो इन्नी डिटेल के पढ़ना चाहिए कि सूरज अपने घरे बैठा हो, थोड़ा गुआढ़ी गुआढ़ी सूरज नहीं कह रहा, सूरज सन का मतलब मुंडा नहीं, सन का मतलब वो सन जोड़ा आप हर रोज़ देखते हैं, चढ़ते सूरज को सलामा जोड़े करते हैं। तो जिन्ना टाइम सूरज घरे नहीं ना बैठा, ਜਾਂ ਧਰਤੀ ਦੀ ਜਦੋਂ ਆਪਾਂ ਗੱਲ ਕਰਦੇ ਧਰਤੀ ਨੂੰ ਘਰੇ ਬਿਠਾ ਲਓ ਵੀ ਭੈਣੇ ਤੂੰ ਘਰੇ ਬੈਠ, ਤੈਨੂੰ ਮੈਂ ਹੁਣ ਸਮਝਣਾ। ਇੰਨੀ ਡਿਟੇਲ ਦੇ ਵਿੱਚ ਜਦੋਂ ਸਮਝੋ ਤਾਂ ਪੂਰੀ ਤਰੀਕੇ ਦੇ ਨਾਲ ਜਦੋਂ ਧਰਤੀ ਦੀ ਆਪਾਂ ਟਿਲਟ ਕਰਦੇ ਤਾਂ ਆਪਾਂ ਜੇਕਰ ਟਿਲਟ ਹੋ ਕੇ ਦੇਖੀਏ ਵੀ ਹੁਣ ਕੀ ਹੋ ਰਿਹਾ, ਸਮਰ ਸੋਲਿਸਟਿਸ ਕੀ ਆ, ਵਿੰਟਰ ਸੋਲਿਸਟਿਸ ਕੀ ਆ, ਜਦੋਂ ਇਹਨੂੰ ਐਕਸਪੈਰੀਮੈਂਟ ਯਾਨੀ ਦਿਮਾਗ ਦੇ ਖਾਨਿਆਂ ਦੇ ਵਿੱਚ ਵਾੜ ਕੇ ਪੜੋਗੇ ਨਾ, ਫਿਰ ਕਿਤੇ ਜਾ ਕੇ ਤਸੱਲੀ ਦੇ ਨਾਲ ਪੜਿਆ ਜਾਂਦਾ ਤੇ ਫਿਰ ਕਿਤੇ ਪੇਪਰ ਕਲੀਅਰ ਹੁੰਦੇ। ਚਲੋ ਖੈਰ ਕੋਈ ਚੱਕਰ ਨਹੀਂ। ਸੋ ਦੇ वर द फर्स्ट रॉक टू ओरिजिनेट ड्यूरिंग द फॉर्मेशन ऑफ अर्थ's क्रस्ट। सो बिल्कुल सही हो गया। तीसरी ऑप्शन, ऑल अदर रॉक्स आर सबसीक्वेंटली फॉर्मड इग्नियस रॉक। दस्या मैं कि इस तो बाद जिहड़ी भी रॉक बनूगी वो सारियां इग्नियस रॉक्स तो बनिया, सैडीमेंटरी रॉक हो गया, मेटामॉर्फिक रॉक। तीसरी स्टेटमेंट भी बिल्कुल राइट है, यानी आंसर इहदा की आ गया, ऑल ऑफ अबव आंसर इज द राइट आंसर। ओके हो गया भाई, आई बात समझ में? वेरी नाइस। नेक्स्ट क्वेश्चन आपकी स्क्रीन पर ये रहा, लो जी, इन्वायरमेंट तो क्वेश्चन आ गया, इग्नोर तो बहुत कर दिया बट अज नहीं करन देना। आप
ਵਿਚ ਆਫ ਦ ਫੋਲੋਇੰਗ ਟਾਈਪ ਆਫ ਫੋਰੈਸਟ ਅਕਿਊਪਾਈਜ਼ ਦ ਲਾਰਜੈਸਟ ਏਰੀਆ ਇਨ ਲੈਂਡ ਇੰਡੀਆ। ਲਾਰਜੈਸਟ ਏਰੀਆ ਨੇ ਇੰਡੀਆ। ਕਹਿੰਦਾ ਕਿਹੜੀ ਟਾਈਪ ਫੋਰੈਸਟ ਆ ਜਿਹੜੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਆ। ਲਓ ਪੜ੍ਹ ਲਓ ਪਹਿਲਾ ਆਪਸ਼ਨ, ਟ੍ਰੋਪੀਕਲ ਮੋਇਸਟ ਡੈਸੀਡੂਅਸ ਫੋਰੈਸਟ, ਟ੍ਰੋਪੀਕਲ ਡਰਾਈ ਡੈਸੀਡੂਅਸ ਫੋਰੈਸਟ, ਮਾਊਂਟੇਨ ਵੈਟ ਟੈਂਪਰੇਟ ਫੋਰੈਸਟ, ਟ੍ਰੋਪੀਕਲ ਵੈਟ ਐਵਰਗ੍ਰੀਨ ਫੋਰੈਸਟ। ਲਓ ਜੀ, ਤਾਂ ਹੁਣ ਜਦੋਂ ਆਪਾਂ ਟਾਈਪ ਆਫ ਫੋਰੈਸਟ ਦੀ ਗੱਲ ਪੜ੍ਹਨ ਜਾ ਰਹੇ ਹਾਂ ਤਾਂ ਇੱਕੋ ਦਿਮਾਗ ਦੇ ਵਿੱਚ ਰੱਖਣੀ ਆ, ਪਹਿਲਾਂ ਫੋਰੈਸਟ ਜਾਣ ਲਓ ਇੰਡੀਆ। ਲਓ ਜੀ, ਆਪਾਂ ਇੰਡੀਆ ਦੀ ਗੱਲਬਾਤ ਕਰਨ ਲੱਗੇ ਆ ਤਾਂ ਇਸ ਤਰੀਕੇ ਦੇ ਨਾਲ ਆਪਣਾ ਇਹ ਹੈਗਾ ਨਾਰਥ ਪਾਰਟ, ਆਹ ਹੈਗਾ ਤੁਹਾਡਾ ਸਾਊਥ ਪਾਰਟ, ਆਹ ਗੁਜਰਾਤ ਆ, ਯਾਨੀ ਵਿੱਚੋਂ ਆਪਾਂ ਵੰਡ ਲਿਆ, ਯਾਨੀ ਪੈਨਿਨਸੂਲਰ ਰੀਜਨ ਹੋ ਗਿਆ, ਯਾਨੀ ਸਾਊਥ ਰੀਜਨ ਆਪਣਾ ਨਾਰਥ ਹੋ ਗਿਆ। ਹੁਣ ਸਮਝਣਾ ਇੱਕ ਵਾਰੀ ਧਿਆਨ ਦੇ ਨਾਲ, ਜਦੋਂ ਆਪਾਂ ਟਾਈਪ ਆਫ ਫੋਰੈਸਟ ਦੀ ਗੱਲ ਕਰਦੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਐਵਰਗ੍ਰੀਨ ਫੋਰੈਸਟ ਦੀ। ਟ੍ਰੋਪੀਕਲ ਐਵਰਗ੍ਰੀਨ ਫੋਰੈਸਟ ਸਭ ਦੇ ਨਾਲ ਟ੍ਰੋਪੀਕਲ ਲੱਗੂਗਾ ਕਿਉਂਕਿ ਆਪਾਂ ਟ੍ਰੋਪਿਕ ਆਫ ਕੈਂਸਰ ਦੇ ਵਿੱਚੋਂ 8 ਸਟੇਟਾਂ ਨੂੰ ਲੰਘਾਉਣੇ ਆ, ਆਪਾਂ ਨਹੀਂ ਲੰਘਾਉਂਦੇ, ਟ੍ਰੋਪਿਕ ਆਫ ਕੈਂਸਰ ਲੰਘਦੀ ਹੈ, ਯਾਨੀ 23.5 ਡਿਗਰੀ ਟ੍ਰੋਪਿਕ ਆ ਤਾਂ ਓਬਵੀਅਸ ਗੱਲ ਹੈ ਠੰਡਾ ਇਲਾਕਾ ਆਪਣੇ ਘੱਟ ਹੋਊਗਾ, ਹੈਗਾ ਨਾਰਥ ਸਾਈਡ ਹੈਗਾ। ਜਿੰਨਾ ਟ੍ਰੋਪਿਕ ਤੋਂ ਦੂਰ ਜਾਈ ਜਾਓਗੇ ਐਂਡ ਟੈਂਪਰੇਟ ਰੀਜਨ ਦੇ ਨੇੜੇ ਜਾਈ ਜਾਓਗੇ ਤਾਂ ਉਹਨਾਂ ਆਪਾਂ ਠੰਡੇ ਹੁੰਦੇ ਜਾਵਾਂਗੇ, ਜਿਵੇਂ ਕਿ ਜੰਮੂ ਕਸ਼ਮੀਰ ਕੰਨੀ ਹੈਗਾ ਹੀ ਹੈਗਾ। ਬਟ ਜਦੋਂ ਆਪਾਂ ਐਵਰਗ੍ਰੀਨ ਫੋਰੈਸਟ ਦੀ ਗੱਲ ਕਰਦੇ ਹਾਂ, ਟ੍ਰੋਪੀਕਲ ਐਵਰਗ੍ਰੀਨ ਫੋਰੈਸਟ ਦਾ ਮਤਲਬ ਕੀ ਆ ਕਿ 200 ਸੈਂਟੀਮੀਟਰ ਤੋਂ ਉੱਪਰ ਜਦੋਂ ਵਰਖਾ ਪੈਂਦੀ ਆ, 200 ਸੈਂਟੀਮੀਟਰ ਉੱਪਰ ਤੋਂ ਜਦੋਂ ਰੇਨਫਾਲ ਹੁੰਦੀ ਆ ਤਾਂ ਓਬਵੀਅਸ ਗੱਲ ਆ ਸਦਾ ਬਹਾਰ ਦਾ ਮਤਲਬ ਐਵਰਗ੍ਰੀਨ ਫੋਰੈਸਟ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਜਿਵੇਂ ਕਿ ਤੁਹਾਡਾ ਵੈਸਟਰਨ ਘਾਟ ਹੋ ਗਿਆ, ਵੈਸਟਰਨ ਘਾਟ ਤੁਹਾਨੂੰ ਪਤਾ ਹੈ ਵੀ ਸਭ ਤੋਂ ਜ਼ਿਆਦਾ ਬਾਰਿਸ਼ ਪੈਂਦੀ ਹੈ। ਇੱਧਰ ਨਾਰਥ ਈਸਟ ਕੰਨੀ ਜਾ ਵੜੋ, ਅਸਾਮ ਕੰਨੀ ਜਾ ਵੜੋ, ਮਾਨਸੂਨ ਰਾਮ ਜਾ ਵੜੋ, ਜਿਹੜਾ ਗਾਰੋ ਖਾਸੀ ਜੈਂਤੀ ਆਪਾਂ ਪੜ੍ਹਦੇ ਹਾਂ ਉੱਥੇ ਗਾਰੋ ਖਾਸੀ ਹਿਲਸ ਆ ਜਿਹੜੇ, ਉੱਥੇ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈ, ਓਬਵੀਅਸ ਗੱਲ ਆ ਫਿਰ ਐਵਰਗ੍ਰੀਨ ਫੋਰੈਸਟ ਹੋ ਗਏ, ਉਹ ਆਪਾਂ ਕਹਿੰਦੇ ਟ੍ਰੋਪੀਕਲ ਵੈਟ ਐਵਰਗ੍ਰੀਨ ਫੋਰੈਸਟ ਜਾਂ ਐਵਰਗ੍ਰੀਨ ਫੋਰੈਸਟ ਕਹਿ ਲਓ, ਠੀਕ ਹੋ ਗਿਆ। ਦੂਸਰਾ ਆ ਗਿਆ ਟ੍ਰੋਪੀਕਲ ਡੈਸੀਡੂਅਸ ਫੋਰੈਸਟ। ਟ੍ਰੋਪੀਕਲ ਡੈਸੀਡੂਅਸ, ਨਾ ਤੁਸੀਂ ਮੋਇਸਟ ਪੜੋ ਨਾ ਤੁਸੀਂ ਡਰਾਈ ਪੜੋ, ਸਿਰਫ ਟ੍ਰੋਪੀਕਲ ਡੈਸੀਡੂਅਸ ਦੀ ਗੱਲ ਕਰਦੇ ਆ। ਹੁਣ ਡੈਸੀਡੂਅਸ ਦਾ ਮਤਲਬ ਹੁੰਦਾ ਗਾ ਸ਼ੈਡ ਦਾ ਲੀਵਸ, ਯਾਨੀ ਜਿਹੜੇ ਪੱਤੇ ਝਾੜ ਦਿੰਦੇ ਆ। ਡੈਸੀਡੂਅਸ ਦਾ ਮਤਲਬ ਹੀ ਪੱਤੇ ਝਾੜਨਾ, ਜਿੱਥੇ ਵੀ ਡੈਸੀਡੂਅਸ ਪੜ੍ਹ ਲਿਆ ਇਹਦਾ ਮਤਲਬ ਪੱਤੇ ਝੜ ਰਹੇ ਆ। ਹੁਣ ਪੱਤੇ ਝੜਨ ਦੇ ਅਲੱਗ-ਅਲੱਗ ਕਾਰਨ ਹੋ ਸਕਦੇ ਆ, ਉਹ ਡਿਟੇਲ ਦੇ ਵਿੱਚ ਮੈਂ ਜਾਂਦਾ ਨਹੀਂ, ਫਿਰ ਤੁਸੀਂ ਬੋਰ ਹੋ ਜਾਓਗੇ। ਤਾਂ ਡੈਸੀਡੂਅਸ ਦਾ ਮਤਲਬ ਕੀ ਆ ਕਿ ਪੱਤੇ ਝਾੜਨਾ। ਕੁਛ ਪੱਤੇ ਠੰਡ ਕਰਕੇ ਝੜਦੇ ਆ, ਕੁਛ ਪੱਤੇ ਗਰਮੀ ਕਰਕੇ ਝੜਦੇ ਆ, ਆਪਣੇ ਗਰਮੀ ਕਰਕੇ ਝੜਦੇ ਆ, ਚਲੋ ਕਾਰਨ ਅਲੱਗ-ਅਲੱਗ ਹੈ, ਰਾਈਟ। ਤਾਂ ਡੈਸੀਡੂਅਸ ਫੋਰੈਸਟ ਕਿਹੜੀ ਹੁੰਦੀ ਆ, ਜਿਹੜੀ ਮੌਨਸੂਨ ਕਰਕੇ ਬਾਰਿਸ਼ ਆਉਂਦੀ ਹੈ। ਹੁਣ ਇਹ ਰੇਨਫਾਲ ਕਿੱਥੋਂ ਤੱਕ ਹੁੰਦੀ ਆ, ਇਹ ਰੇਨਫਾਲ ਹੁੰਦੀ ਹੈ 200 ਸੈਂਟੀਮੀਟਰ ਤੋਂ ਲੈ ਕੇ 70 ਸੈਂਟੀਮੀਟਰ ਦੇ ਵਿੱਚ। ਇਸੇ ਟ੍ਰੋਪੀਕਲ ਡੈਸੀਡੂਅਸ ਫੋਰੈਸਟ ਨੂੰ ਆਪਾਂ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ, ਇੱਕ ਤਾਂ ਵੰਡਿਆ ਹੋਇਆ ਆਪਾਂ ਟ੍ਰੋਪੀਕਲ ਮੋਇਸਟ ਡੈਸੀਡੂਅਸ ਫੋਰੈਸਟ, ਇੱਕ ਟ੍ਰੋਪੀਕਲ ਡਰਾਈ ਡੈਸੀਡੂਅਸ ਫੋਰੈਸਟ। ਡਰਾਈ ਦਾ ਮਤਲਬ ਜਿੱਥੇ ਘੱਟ ਵਰਖਾ ਹੁੰਦੀ ਹੈ, ਮੋਇਸਟ ਦਾ ਮਤਲਬ ਜਿੱਥੇ ਇਹਨਾਂ ਨਾਲੋਂ ਥੋੜੀ ਜਿਹੀ ਜ਼ਿਆਦਾ ਵਰਖਾ ਹੁੰਦੀ ਹੈ। ਐਂਡ ਇਹ ਲਾਰਜੈਸਟ ਏਰੀਆ ਕਵਰ ਕਰਦਾ ਕਿਉਂਕਿ ਮੌਨਸੂਨ ਸਾਊਥ ਦੇ ਵਿੱਚੋਂ ਦੀ ਨਿਕਲਦੇ ਹੋ ਕੇ ਪੂਰੇ ਇੰਡੀਆ ਦੇ ਵਿੱਚ ਮੂਵ ਕਰਦੀ ਆ। ਸੋ ਸਭ ਤੋਂ ਜ਼ਿਆਦਾ ਲਾਰਜੈਸਟ ਆਪਾਂ ਨੂੰ ਫੋਰੈਸਟ ਕਿਹੜਾ ਦਿਖੂਗਾ, ਟ੍ਰੋਪੀਕਲ ਮੋਇਸਟ ਡੈਸੀਡੂਅਸ ਫੋਰੈਸਟ। ਐਂਡ ਡਰਾਈ ਕਿਹੜਾ ਰਹਿ ਜਾਂਦਾ ਗਾ, ਜਿਹੜਾ ਨਾਰਥ ਵੈਸਟਰਨ ਪਾਰਟ ਹੈ, ਜਿਵੇਂ ਆਪਣਾ ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਰਾਜਸਥਾਨ ਹੋ ਗਿਆ, ਵੈਸਟਰਨ ਯੂਪੀ ਹੋ ਗਿਆ, ਇੱਧਰ ਮੀਂਹ ਘੱਟ ਪੈਂਦਾ ਗਾ। ਇੱਧਰ ਮੀਂਹ ਪੈਂਦਾ ਗਾ 100 ਸੈਂਟੀਮੀਟਰ ਤੋਂ ਲੈ ਕੇ 70 ਸੈਂਟੀਮੀਟਰ ਦੇ ਵਿੱਚ। ਐਂਡ ਜੇਕਰ ਆਪਾਂ ਮੋਇਸਟ ਰੀਜਨ ਦੀ ਗੱਲ ਕਰੀਏ, ਜਿਵੇਂ ਕਿ ਤੁਹਾਡਾ ਹੋ ਗਿਆ ਈਸਟਰਨ ਸਲੋਪ ਹੋ ਗਈ, ਉੜੀਸਾ ਹੋ ਗਿਆ, ਝਾਰਖੰਡ ਹੋ ਗਿਆ, ਛੱਤੀਸਗੜ੍ਹ ਹੋ ਗਿਆ, ਵੈਸਟ ਬੰਗਾਲ ਹੋ ਗਿਆ, ਇੱਧਰ ਜਿਹੜੀ ਬਾਰਿਸ਼ ਪੈਂਦੀ ਆ ਦੈਟ ਇਜ਼ ਟ੍ਰੋਪੀਕਲ ਮੋਇਸਟ ਡੈਸੀਡੂਅਸ ਫੋਰੈਸਟ। ਜਿੱਥੇ ਬਾਰਿਸ਼ ਪੈਂਦੀ ਆ ਤੁਹਾਡੀ 200 ਤੋਂ ਲੈ ਕੇ 100 ਸੈਂਟੀਮੀਟਰ ਦੇ ਵਿੱਚ, ਬਟ ਆਪਣੇ 100 ਸੈਂਟੀਮੀਟਰ ਤੋਂ 70 ਦੇ ਵਿੱਚ ਪੈਂਦੀ ਆ। ਸੋ ਆਪਣਾ ਟ੍ਰੋਪੀਕਲ ਡਰਾਈ ਡੈਸੀਡੂਅਸ ਫੋਰੈਸਟ ਦੇ ਵਿੱਚ ਆ ਜਾਂਦਾ। ਸਮਝ ਮੇਂ ਬਾਤ ਆਈ। ਸੋ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਲਾਰਜੈਸਟ ਏਰੀਆ ਟ੍ਰੋਪੀਕਲ ਮੋਇਸਟ ਡੈਸੀਡੂਅਸ ਫੋਰੈਸਟ। ਬਸ ਇਸੇ ਕਰਕੇ ਮੈਂ ਸੀਰੀਜ਼ ਨਹੀਂ ਲੈ ਕੇ ਆਉਂਦਾ ਸੀ, ਕਿਉਂਕਿ ਮੈਨੂੰ ਪਤਾ ਕਿ ਮੈਂ ਸੀਰੀਜ਼ ਕੋਈ ਨਾ ਕੋਈ ਪਹਿਲਾਂ ਲੈ ਆਉਂਦਾ, ਬਟ ਉਹਦੇ ਵਿੱਚ ਤੁਹਾਨੂੰ ਫਨਕਾਰ ਨਹੀਂ ਦਿਸਣਾ ਸੀ। ਹੁਣ ਅੱਜ ਫਨਕਾਰ ਤੁਹਾਨੂੰ ਦਿਸ ਰਿਹਾ ਹੋਊਗਾ ਵੀ ਹਾਂ, ਫਿਰ ਤੁਸੀਂ ਕਹਿ ਸਕਦੇ ਹੋ ਕਿ ਵੈਲਕਮ ਬੈਕ। ਹੁਣ ਉਹ ਮੋਸ਼ਨ ਦਿਖ ਰਿਹਾ, ਉਹ ਜਜ਼ਬਾ ਦਿਖ ਰਿਹਾ, ਓਬਵੀਅਸ ਹੈ, ਰਾਈਟ। ਸੋ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ, ਬਟ ਹਾਂ ਜੇਕਰ ਤੁਸੀਂ ਇਹ ਕੁਐਸਚਨ ਕਰ ਲਏ ਤਾਂ ਬੱਲੇ ਬੱਲੇ ਹੋ ਜਾਣੀ ਆ। ਮਾਊਂਟੇਨ, ਇਹ ਮਾਊਂਟੇਨ ਬਣਿਆ ਹੀ ਮਾਊਂਟੇਨ ਤੋਂ ਹੈ, ਮਾਊਂਟੇਨ ਬਣਿਆ ਹੀ ਮਾਊਂਟੇਨ ਤੋਂ ਹੈ। ਮਾਊਂਟੇਨ ਯਾਨੀ ਜੰਮੂ ਕਸ਼ਮੀਰ ਵੱਲ, ਟੁੰਡਰਾ ਐਲਪਾਈਨ ਜਿਹੜਾ ਆਪਾਂ ਪੜ੍ਹਦੇ ਟੁੰਡਰਾ ਐਲਪਾਈਨ, ਰਾਈਟ। ਟੁੰਡਰਾ ਦਾ ਮਤਲਬ ਜਿਹੜਾ ਬੈਰੇਨ, ਜਿੱਥੇ ਵੈਜੀਟੇਸ਼ਨ ਇੰਨੀ ਜ਼ਿਆਦਾ ਨਹੀਂ ਹੁੰਦੀ, ਟਰੀ ਲੈਸ ਏਰੀਆ ਹੁੰਦਾ। ਟੁੰਡਰਾ ਤਾਂ ਬਹੁਤ ਸਾਰੇ ਆਪਾਂ ਯੂਰਪ ਦੇ ਵਿੱਚ ਬਹੁਤ ਟੁੰਡਰਾ ਦੇਖਦੇ ਹਾਂ,
बट हाँ माउंटेन रीजन यानी हाई एल्टीट्यूड ते टुंडरा रीजन हुंदा उहनूं आपां कहने माउंटेन टैंपरेट फॉरेस्ट। टैंपरेट क्यों भला? क्योंकि ठंडा हुंदा। नैक्सट क्वेश्चन ध्यान से। अच्छा एक क्वेश्चन मैं कुछ टैसट जिमें अपने ऑब्वियस है एप्लीकेशन के मैं बहुत सारे टैसट लेंदा रहना, जिमें कोऑपरेटिव का ले लिया, नैब का ले लिया, मास्टर केडर का हो गया, बहुत सारे टैसट आ जो मैं लेंदा रहना। ये सारे टैसट उत्थों ही ले हुए क्वेश्चन में, ताकि रिलेट कर सको, पता होवे ना कि हाँ ये क्वेश्चनों का लैवल कित्थों आया। ये मैं टैसट जो पाउंदा रहना उन्होंने विचों, जां अपनी जी बुक है PPSC GS गाइड, ये बुक भी तुसीं लै सकदे हो, हालांकि कोर्स के दिना हुन्ना मैं ये राइट। तो ये क्वेश्चन जिमें आ पिछला क्वेश्चन सीगा ये मैं इसे बुक के चक्या होया, इसे करके आ जिहड़ा वाटरमार्क तुहानूं दिस रहा होगा रेस अकैडमी का, ठीक है। सो चलो खैर मेरा मकसद की है कि बेस्ट क्वेश्चन तुहानूं दिखाने, टना टन करना, राइट। चलो खैर तो हम टना टन करते हैं आप पॉलिटी के क्वेश्चन के नाल। देखो भाई कहता इन द कंटैक्सट ऑफ लिबर्टी, लिबर्टी का मतलब की होंदा आज़ादी, फ्रीडम। कहता इन द कंटैक्सट ऑफ लिबर्टी ए कॉन्स्टिट्यूशनल गवर्नमेंट इज वन विच, कॉन्स्टिट्यूशनल गवर्नमेंट मैं बहुत बार पढ़ाया होया। कॉन्स्टिट्यूशनल गवर्नमेंट का मतलब होंदा गा स्टेट दियां पावरां नूं लिमिट करना, किते स्टेट डिक्टेटरशिप दे विच ना चली जाए, लोकां कोल अल्टीमेट सोवरेन पार्टी यानी पावर होनी चाहिए है, यानी कि वी द पीपल ऑफ इंडिया जिवें आपां प्रेम्बल दी प्रस्तावना दे विच पढ़दे हैं। सो कॉन्स्टिट्यूशनल गवर्नमेंट का मतलब जां कॉन्स्टिट्यूशनलिज्म, एक कॉन्स्टिट्यूशनलिज्म टर्म होंदी है, कॉन्स्टिट्यूशनलिज्म स्पैलिंग देख लियो माड़ा की है, मेरी स्पैलिंगां दी मिस्टेक हो सकती है। कॉन्स्टिट्यूशनलिज्म अच्छा TION आऊगा, राइट। सो कॉन्स्टिट्यूशनलिज्म दे विच की है कि सरकार यानी स्टेट जो गवर्निंग बॉडी है उसकी पावरां नूं लिमिट करना। क्यों पावरां नूं लिमिट करदे? ताकि अपने फंडामेंटल राइट यानी लोकां दीयां आवाज़ां चक्कणियां सौखियां होण, लोकां नूं अपनी आवाज़ां, राइट है, यानी लोकां कोल अल्टीमेट सोवरेन पार्टी है, पावर है, ताकि वो सरकार नूं चेंज कर सकते, जिहड़ी कि आपां कर भी दिंदे, जिहड़ी कि आपां पंजाब दे विच हुणे करके हटे हैं। तो इन्हें कहा भी इन द कंटैक्सट ऑफ लिबर्टी कॉन्स्टिट्यूशनल गवर्नमेंट इज वन विच केड़ी की हो सकता, कहता प्लेसिस इफेक्टिव रिस्ट्रिक्शंस ऑन इंडिविजुअल लिबर्टी इन द इंटरस्ट ऑफ स्टेट अथॉरिटी। इन द इंटरस्ट ऑफ स्टेट अथॉरिटी का मतलब किया कि जी स्टेट यानी सरकार, स्टेट अथॉरिटी नूं सरकार कह लो जी अथॉरिटी दे विच है, राइट। यानी इन द इंटरस्ट ऑफ, इन द इंटरस्ट ऑफ का मतलब उन्होंने भले लई, यानी स्टेट अथॉरिटी के भले लई रिस्ट्रिक्शंस ऑन इंडिविजुअल लिबर्टी, इंडिविजुअल का मतलब कला, यानी इंडिविजुअल लिबर्टी ते रिस्ट्रिक्शंस लगाई जा सकती है, किहदे भले लई? सरकार दे भले लई, यानी सरकार अपने भले लई अपने ते रिस्ट्रिक्शनां ला सकती है। एवें हुंदा नहीं ना, ਇਹਦਾ मतलब कॉन्स्टिट्यूशनल गवर्नमेंट की यह डेफिनेशन नहीं हैगी। कॉन्स्टिट्यूशनल गवर्नमेंट या कॉन्स्टिट्यूशनलिज्म की डेफिनेशन यह है कि लोगों को पावर आप स्टेट नूं लिमिट करना है ताकि डिक्टेटरशिप ना हो, ताकि डेमोक्रेसी बनी रहे, राइट। यानी प्लेसिस इफेक्टिव रिस्ट्रिक्शंस ऑन इंडिविजुअल लिबर्टी, इंडिविजुअल लिबर्टी ते रिस्ट्रिक्शन लानी इन द इंटरस्ट ऑफ स्टेट अथॉरिटी गलत है, गलत है, राइट। सो यह स्टेटमेंट गलत होगी। ये उल्ट किया कहता प्लेसिस इफेक्टिव रिस्ट्रिक्शंस ऑन द अथॉरिटी ऑफ स्टेट, अथॉरिटी यानी सरकार ते रिस्ट्रिक्शंस लगानी किहदे इंटरस्ट दे विच, किहदी भलाई लई? इन द इंटरस्ट ऑफ इंडिविजुअल लिबर्टी। यही तो लिबर्टी की गल कर रहा हो, इंडिविजुअल लिबर्टी यानी अपने इंडिविजुअल लिबर्टी के लिए जिहड़ा रिस्ट्रिक्शन लगानी है वो स्टेट ते लाओ भाई, ताकि स्टेट सही तरीके नाल काम कर सके, डर रहे कि साडी सरकार बदल सकती है, राइट। सो दूसरी स्टेटमेंट बिल्कुल सही है। इत्थे अपन पूछा की है इनकरैक्ट पूछा, सो इनकरैक्ट पूछा तो पहली स्टेटमेंट गलत है, यानी आंसर इहदा ये आ जाऊगा। हुण ये सारे क्वेश्चन किते ना किते तुहानूं पेपरां दे विच मिल ही जाने, पर रट्टा नहीं, वन लाइनर क्वेश्चन करोगे विदाउट कंसैप्ट करोगे तो औखा लगेगा, राइट। चलो खैर नेक्स्ट क्वेश्चन आ गया भाई, ध्यान से इस क्वेश्चन को देखिए, बहुत ही सौखा है। देखो भाई फेयर पॉलिटी का क्वेश्चन है, कहता जी कंसिडर द फॉलोइंग स्टेटमेंट, कहता देयर इज नो मैंशन ऑफ सोशल जस्टिस इन द प्रेम्बल। जो प्रेम्बल पढ़ोगे तो प्रेम्बल के स्टार्ट होंदा वी द पीपल ऑफ इंडिया, तो उस तो बाद आप गल्लां बातें ही इन्हां दी करदे हां कि भाई जस्टिस आ, लिबर्टी आ, फ्रेटरनिटी आ, यूनिटी आ, इंटीग्रिटी आ, जां आप की वर्ड्स पढ़ते हैं सोशलिस्ट, सॉवरेन, डेमोक्रेटिक, रिपब्लिक, ये आप पढ़ते हैं, राइट। सो बेसिकली गल की आ कि यह की कहता कि प्रेम्बल दे विच किते सोशल जस्टिस की गल ही है, कहता नो मैंशन, ये तो गलत हो गया भाई। सो पहली स्टेटमेंट गलत होगी,
दूसरी की गल कर लें, कहता प्रेम्बल इज द पार्ट ऑफ द कॉन्स्टिट्यूशन। हुण इन्नी क लाइन पढ़न पिछे तुहानूं 3-4 केस पढ़ने पैणे आ, जिवें गोलखनाथ केस हो गया, केशव नंद भारती केस हो गया, राइट। इस तरीके के होर तुहानूं 3-4 केस पढ़ने पैणगे, पर वो केस की स्टडी नहीं करनी, यानी उन्हां केसिस दे विच किहड़ी स्टेटमेंट कही गई। जिवें आपां केशव नंद भारती केस की गल कर लें या होर केसिस की गल कर लो, तो कहा गया कि प्रेम्बल इज द पार्ट ऑफ अवर कॉन्स्टिट्यूशन, प्रेम्बल इज द बेसिक स्ट्रक्चर ऑफ द कॉन्स्टिट्यूशन। पर किहड़े केसिस दे विच कहा गया, ये बारे पढ़ना पऊगा डिटेल दे विच। वो जिहड़ा कि इत्थे पॉसीबल थोनों भी पता नहीं हो सकता, नहीं तो फिर एको ही सैशन बहुत लंबा हो जू, बोर हो जाओगे। सो बट प्रेम्बल इज द पार्ट ऑफ अवर कॉन्स्टिट्यूशन, ये सही है, यानी कि दूसरी स्टेटमेंट सही होगी। तीसरी दी आ जाने, कहता जी एज द प्रेम्बल द पार्लीमेंट इज द अल्टीमेट सोवरन, कि अल्टीमेट सोवरन पार्लीमेंट है, कि पार्लीमेंट को सारी पावर है अल्टीमेट? नहीं जी, पावर तो पुछा कि कंटैक्सट के देखो, आप प्रेम्बल की गल कर रहे हैं, प्रस्तावना की गल कर रहे हैं, तो इत्थे भी प्रस्तावना की गल ही हुई है कि एज पर द प्रेम्बल, प्रेम्बल के हिसाब नाल कहंदा पार्लीमेंट इज द अल्टीमेट सोवरन। ना जी ना, जो प्रस्तावना पढ़ते हैं तो वी द पीपल ऑफ इंडिया, यानी लोगों को पावर है, लोगों को अल्टीमेट पावर है। सो अल्टीमेट सोवरन कौन होए? वी द पीपल ऑफ इंडिया, पीपल ऑफ इंडिया को अल्टीमेट सोवरन, अल्टीमेट पावर है। राइट हो गया, समझ में बात आई। सो आ गई स्टेटमेंट गलत हो गई, यानी ओनली 2 स्टेटमेंट करेक्ट है, यानी इसका आंसर आ जाऊगा सी आ गया। क्या बात है, आई बात समझ में या नहीं? आ रहा है मजा? नेक्स्ट क्वेश्चन की गल करते हैं भाई, ध्यान से देखिए इन क्वेश्चंस को। कहना विच ऑफ द फॉलोइंग इज आर ट्रू अबाउट नीश। हुण नीश बारे नहीं पता होना, जिन्होंने इन्वायरमेंट पढ़ रखा होगा उन्होंने पता होगा, पढ़ा रखा बहुत ही ज़्यादा सौखा। एक हुंदा हैबिटेट, एक हुंदा जी नीश। फर्क की है? हैबिटेट तो हुंदा जिवें मैं कहदा कि आह बिल्डिंग दे विच मैं रहना, यानी जे मान लो मैं कहा कि आह बिल्डिंग दे विच रहना, तो मैनू बिल्डिंग का मैं फ्लोर नहीं दस्या, मैं सिर्फ बिल्डिंग दसती कि यह मेरा हैबिटेट है। जिवें फॉर एग्जाम्पल जा कह लो भी आह दरख्त है, मान लो किसी जानवर ने किसी जानवरी को बुलाना भी आ जी, राइट है, भी मेरा हैबिटेट की है, वो कहता मैं इत्थे रहना, राइट है, वो कहता आप कॉफी पीने, चाह पीने, यानी कि कुछ भी मान मेहमान जो भी किमें है। सो कहने का मतलब जो मैं किसी को घर के बुलाना हो तो मैं हैबिटेट दस सकता कि मैं उस बिल्डिंग के रहना। पर जदों वो इत्थे आया, वो कहता यार इत्थे तो रह ही बहुत रहे हैं, यानी इत्थे आल ना किसी का हो रहा, इत्थे आल ना किसी का हो रहा, इत्थे आल ना हो रहा, इत्थे आल ना हो रहा, इत्थे कोई 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 हो रहा। ये तो कहता यार पता ही नहीं लग रहा, मैनू तो उन्हें हैबिटेट दसता। वो कहता भाई तेरा नीश की है, वो कहता नीश की है, अच्छा मैं सैकंड फ्लोर पर रहना, या वो कहूगा भी सज्जों हो गए खब्बे हो जाए, यानी नीश की है एक पर्टिकुलर जगह जिथे कोई होर नहीं, थोड़ी ही जाति रहिंदी है, यानी होर कोई स्पीसीज नहीं मिलती, यानी ये कां तो कां ही है, ये चिड़ी है तो चिड़ी ही है, या कोई कबूतर है तो कबूतर ही है, यानी स्पीसीज, यानी हैबिटेट है जिहड़ा उहदे विच अलग अलग स्पीसीज हो सकती है, क्योंकि हैबिटेट तो एडा गा, पर नीश तो किसी एक दा ही होगा। आए नहीं हैगा भी कां ते चिड़ी इकट्ठा ही आलना पा के एको घर दे विच रही जांदा, नहीं हो सकता, कां दा कां ही होगा, नहीं होता। तो इस तरीके दे नाल यानी नीश की डेफिनेशन तुसीं समझ गए। हुण ऑप्शन पढ़ो, कहंदा नो टू स्पीसीज, 2 स्पीसीज कट्ठियां, नो टू स्पीसीज इन ए हैबिटेट कैन हैव द सेम नीश। हाँ जी, ये तो कह के हटिया मैं कि सेम नीश नहीं हो सकता 2 स्पीसीज का, सेम नीश नहीं हो सकता, सेम हैबिटेट हो सकता कि मैं एक बिल्डिंग के रहना, वो भी कहता मैं इस बिल्डिंग रहना, वो भी कहता मैं इस बिल्डिंग रहना, का मतलब ये नहीं कि वो एको घर के रहते हैं, उन्होंने नीश अलग अलग होगा, उन्होंने फ्लोर अलग अलग होगा। आई बात समझ में राजा बेटा? सो पहली स्टेटमेंट बिल्कुल सही है। दूसरी कहता ए नीश की है, यूनीक फॉर ए स्पीसीज, वो यूनीक होगा, वो अपना ही होगा, अपने तो अपने होते हैं। सो कहने का मतलब ये भी सही आ। सो बोथ 1 and 2 आंसर आ जाएगा। क्या बात है, आपको समझ में आ रहा है? वेरी नाइस। चलो नेक्स्ट क्वेश्चन पे आते हैं। कहता जी द बायोटिक इंटरैक्शन बहुत इंपॉर्टेंट है, ये भी ना बड़े डरते हैं, चाहे यूपीएससी है चाहे पीपीएससी है,
ਜਾਂ ਜੋ ਵੀ PPSC ਆਪਾਂ ਪੰਜਾਬ ਚਲੋ PPSC ਦੀ ਗੱਲ ਕਰ ਲਿਆ, ਬਹੁਤ ਡਰਦੇ ਆ ਇਸ ਨੂੰ ਯਾਦ ਕਰਨ ਪਿੱਛੇ। ਇੱਕ ਨਾ ਜਦੋਂ ਆਪਾਂ ਬਾਇਓਟਿਕ ਇੰਟਰੈਕਸ਼ਨ ਦੀ ਗੱਲ ਕਰਦੇ, ਪਹਿਲਾਂ ਇੱਕ ਕੁਐਸਚਨ ਪੜ੍ਹੋ, ਕਹਿੰਦਾ ਦ ਬਾਇਓਟਿਕ ਇੰਟਰੈਕਸ਼ਨ ਵੇਅਰ ਵਨ ਸਪੀਸੀਜ਼ ਇਜ਼ ਬੈਨੀਫਿਟਡ, ਯਾਨੀ ਇੱਕ ਸਪੀਸੀਜ਼ ਨੂੰ ਬੈਨੀਫਿਟ ਹੋ ਰਿਹਾ ਐਂਡ ਦਾ ਅਦਰ ਇਜ਼ ਨਾਈਦਰ ਬੈਨੀਫਿਟ ਨੋਰ ਹਾਰਮਡ, ਨਾ ਹੀ ਉਹਨੂੰ ਫਾਇਦਾ ਹੋ ਰਿਹਾ ਨਾ ਹੀ ਉਹਨੂੰ ਨੁਕਸਾਨ ਹੋ ਰਿਹਾ ਹੈਗਾ, ਇਜ਼ ਰੈਫਰ ਟੂ ਐਟ ਵਿਚ ਆਫ ਦਾ ਫੋਲੋਇੰਗ। ਤਾਂ ਇਹਨਾਂ ਦੇ ਵਿੱਚ ਉਹਨੂੰ ਕੀ ਕਹਿੰਦੇ ਆ? ਬੜੇ ਜਣਿਆਂ ਦੇ ਭੁਚਾਲ ਪੈਂਦੇ ਆ ਇਸ ਕੁਐਸਚਨ ਦੇ ਵਿੱਚ, ਪਤਾ ਹੀ ਨਹੀਂ ਲੱਗਦਾ ਵੀ ਕੀ ਹੈ, ਰਾਈਟ। ਹੁਣ ਮੈਂ ਅੱਜ ਇਸ ਭੁਚਾਲ ਨੂੰ ਕੱਢ ਦੇਣਾ, ਟਨਾ ਟਨ ਕਰ ਦੇਣਾ। ਦੇਖੋ ਕਿਵੇਂ। ਤਾਂ ਬੇਸਿਕਲੀ ਜਦੋਂ ਬਾਇਓਟਿਕ ਇੰਟਰੈਕਸ਼ਨ ਦਾ ਮਤਲਬ ਕੀ ਹੈ? ਬਾਇਓਟਿਕ ਦਾ ਮਤਲਬ ਆਪਾਂ ਲਿਵਿੰਗ ਆਰਗੇਨਿਜ਼ਮ ਬਾਰੇ ਪੜ੍ਹ ਰਹੇ ਹਾਂ, ਇਹਦੇ ਮੂਹਰੇ ਏ ਲਾ ਦਿਓ ਤਾਂ ਉਹ ਨਾਨ ਲਿਵਿੰਗ ਹੋ ਜਾਊਗਾ, ਪਰ ਆਪਾਂ ਇਹ ਲਾਉਣੀ ਨਹੀਂ ਕਿਉਂਕਿ ਆਪਾਂ ਬਾਇਓਟਿਕ ਇੰਟਰੈਕਸ਼ਨ ਦੀ ਗੱਲ ਕਰਦੇ ਹਾਂ। ਬਾਇਓਟਿਕ ਇੰਟਰੈਕਸ਼ਨ ਦਾ ਮਤਲਬ ਕੀ ਆ ਕਿ ਜਿਵੇਂ ਮੈਂ ਇੱਕ ਸਪੀਸੀਜ਼ ਆ, ਆਪਣੀ ਹਿਊਮਨ ਸਪੀਸੀਜ਼ ਹੈ, ਰਾਈਟ। ਜਿਵੇਂ ਮੈਂ ਮੰਨ ਲਓ ਮੇਰਾ ਸ਼ੇਰ ਦੇ ਨਾਲ ਕੀ ਇੰਟਰੈਕਸ਼ਨ ਹੈ, ਮੇਰਾ ਚੂਹੇ ਦੇ ਨਾਲ ਕੀ ਇੰਟਰੈਕਸ਼ਨ ਹੈ, ਮੇਰਾ ਬਿੱਲੀ ਦੇ ਨਾਲ ਕੀ ਇੰਟਰੈਕਸ਼ਨ ਹੈ, ਇਸੇ ਤਰੀਕੇ ਦੇ ਨਾਲ ਇੱਕ ਸਪੀਸੀਜ਼ ਦਾ ਦੂਸਰੇ ਦੇ ਨਾਲ ਕੀ ਰਿਲੇਸ਼ਨ ਹੈ, ਕਿਸ ਤਰੀਕੇ ਦਾ ਇੰਟਰੈਕਸ਼ਨ ਹੈ, ਉਸ ਨੂੰ ਆਪਾਂ ਬਾਇਓਟਿਕ ਇੰਟਰੈਕਸ਼ਨ ਕਹਿੰਦੇ ਆ। ਹੁਣ ਉਹਦੇ ਵਿੱਚ ਇੱਕ ਤਾਂ ਹੁੰਦਾ ਗਾ ਪੋਜ਼ਿਟਿਵ ਇੰਟਰੈਕਸ਼ਨ, ਇੱਕ ਹੁੰਦਾ ਨੈਗੇਟਿਵ ਇੰਟਰੈਕਸ਼ਨ। ਇਹਨੂੰ ਪੋਜ਼ਿਟਿਵ ਐਸੋਸੀਏਸ਼ਨ ਵੀ ਕਹਿ ਸਕਦੇ ਆ, ਇਹਨੂੰ ਨੈਗੇਟਿਵ ਐਸੋਸੀਏਸ਼ਨ ਵੀ ਕਹਿ ਸਕਦੇ ਆ। ਪੋਜ਼ਿਟਿਵ ਐਸੋਸੀਏਸ਼ਨ ਉਹ ਹੁੰਦਾ ਗਾ ਜਾਂ ਤਾਂ ਦੋਨਾਂ ਦਾ ਹੀ ਫਾਇਦਾ ਹੁੰਦਾ ਹੋਵੇ ਤੇ ਜਾਂ ਕਿਸੇ ਇੱਕ ਦਾ ਫਾਇਦਾ ਹੁੰਦਾ ਹੋਵੇ, ਯਾਨੀ ਨੁਕਸਾਨ ਕਿਸੇ ਦਾ ਨਹੀਂ ਹੋ ਰਿਹਾ। ਨੁਕਸਾਨ ਦਾ ਮਤਲਬ ਨੈਗੇਟਿਵ, ਯਾਨੀ ਨੈਗੇਟਿਵ ਕਿਸੇ ਦਾ ਨਹੀਂ ਹੋਣਾ ਚਾਹੀਦਾ, ਪੋਜ਼ਿਟਿਵ ਹੋਣਾ ਚਾਹੀਦਾ, ਯਾਨੀ ਜਾਂ ਤਾਂ ਦੋਨਾਂ ਦਾ ਫਾਇਦਾ ਹੋ ਜੇ ਤੇ ਜਾਂ ਫਿਰ ਇੱਕ ਦਾ ਫਾਇਦਾ ਹੋ ਜੇ, ਦੂਸਰੇ ਨੂੰ ਕੋਈ ਵੀ ਇਫੈਕਟ ਨਾ ਪਵੇ। ਹਜੇ ਵੀ ਬਹੁਤ ਜਣਿਆਂ ਨੂੰ ਸਮਝ ਨਹੀਂ ਲੱਗ ਰਿਹਾ ਹੋਊਗਾ ਜਿਨ੍ਹਾਂ ਨੇ ਅੱਜ ਪਹਿਲੀ ਵਾਰ ਪੜ੍ਹ ਰਹੇ ਆ। ਧਿਆਨ ਦੇ ਨਾਲ ਦੇਖੋ, ਬਹੁਤ ਸਿੰਪਲ ਜੀ ਗੱਲ ਆ। ਜੇਕਰ ਆਪਾਂ ਇਹਨੇ ਕੀ ਕਿਹਾ ਵੀ ਇੱਕ ਨੂੰ ਫਾਇਦਾ ਹੁੰਦਾ ਹੋਵੇ, ਅਦਰ ਇਜ਼ ਨਾਈਦਰ ਬੈਨੀਫਿਟਡ ਨੋਰ ਹਾਰਮਡ, ਨਾ ਤਾਂ ਨੁਕਸਾਨ ਹੋ ਰਿਹਾ ਨਾ ਬੈਨੀਫਿਟ ਹੋ ਰਿਹਾ। ਫੋਰ ਐਗਜ਼ਾਮਪਲ ਆਹ ਭਾਈ ਆਪਾਂ ਬਣਾ ਲੈਂਦੇ ਹਾਂ ਗਾਂ, ਮੰਨ ਲਓ ਆਹ ਗਾਂ ਗਈ, ਲੱਤਾਂ ਬਣਾ ਦਿਓ ਗਾਂ ਦੀਆਂ, ਰਾਈਟ। ਇਹ ਕੁਝ ਹੋਰ ਬਣ ਗਿਆ, ਪੂਛ ਲਾ ਦਿਓ, ਠੀਕ ਹੈ। ਮੰਨ ਲਓ ਆਹ ਗਾਂ ਖੜੀ ਹੈ ਤੇ ਇਸ ਗਾਂ ਨੇ ਖੜੀ ਨੇ ਖਾ ਜ਼ਿਆਦਾ ਲਿਆ, ਰਾਈਟ ਹੈ। ਸੋ ਖਾ ਜ਼ਿਆਦਾ ਲਿਆ ਤੇ ਉਸ ਤੋਂ ਬਾਅਦ ਕਰੂਗੀ, ਰਾਈਟ ਹੈ, ਯਾਨੀ ਇਹਨੇ ਆਪਣਾ ਮਾਲ ਪੱਤਾ ਕੱਢਿਆ ਤੇ ਪਟਕ ਦੇਣ ਠੋਕਿਆ ਤੇ ਆ ਪਿਆ, ਰਾਈਟ। ਇਹ ਬਣਾ ਲਓ ਤੁਸੀਂ ਗੋਹਾ, ਜਿਹਨੂੰ ਤੁਸੀਂ ਗੋਬਰ ਕਹਿ ਸਕਦੇ ਹੋ। ਕਾਫੀ ਜਵਾਕ ਤਾਂ ਜਿਹੜੇ ਸ਼ਹਿਰੀ ਹੋਣਗੇ ਉਹ ਕਹਿ ਲਾਂਗੇ ਐਂ ਜੇ ਕਰਨ ਲੱਗੇ ਹੋਣਗੇ, ਚਲੋ ਕੋਈ ਨਾ। ਸੋ ਬੇਸਿਕਲੀ ਆ ਪਿਆ, ਇਹਦੇ ਸਰੀਰ ਦੇ ਹਿਸਾਬ ਨਾਲ ਇਹਨੇ ਜ਼ਿਆਦਾ ਕਰਤਾ, ਚਲੋ ਕੋਈ ਨਾ। ਸੋ ਬੇਸਿਕਲੀ ਇਹਨੂੰ ਕੀ ਕਹਿੰਦੇ ਆ? ਕਾਓ ਡੰਗ, ਰਾਈਟ। ਹੁਣ ਇਹਨੇ ਆਪਦਾ ਕੰਮ ਜਿਹੜਾ ਕਰਨਾ ਸੀ ਕਰਤਾ। ਹੁਣ ਇਹ ਬਹੁਤ ਟਾਈਮ ਤੱਕ ਜਦੋਂ ਪਿਆ ਰਹਿੰਦਾ ਤੇ ਇਹਦੇ ਵਿੱਚ ਸੂਖਮ ਜੀਵ ਪੈਦਾ ਹੋ ਜਾਂਦੇ ਆ, ਮਾਈਕਰੋ ਆਰਗੇਨਿਜ਼ਮਸ ਪੈਦਾ ਹੋ ਜਾਂਦੇ ਆ, ਕਾਓ ਡੰਗ, ਲਾਈਕਨਸ ਵਗੈਰਾ ਪੈਦਾ ਹੋ ਜਾਂਦੇ ਆ। ਸੋ ਫਿਰ ਉਹ ਇੱਥੇ ਸਰਵਾਈਵ ਕਰਦੇ ਆ। ਹੁਣ ਜਿਹੜੇ ਮਾਈਕਰੋ ਆਰਗੇਨਿਜ਼ਮ, ਸੂਖਮ ਜੀਵ ਵਗੈਰਾ ਜੋ ਵੀ ਪੈਦਾ ਹੋ ਗਏ, ਉਹਨਾਂ ਦਾ ਤਾਂ ਇਹ ਕਾਰਨ ਹੈ, ਉਹਨਾਂ ਨੂੰ ਥੋੜੀ ਪਤਾ। ਹੁਣ ਜਿਵੇਂ ਆਪਾਂ ਸ਼ਹਿਦ ਖਾਂਦੇ ਆ ਮੱਖੀਆਂ ਦਾ, ਰਾਈਟ, ਸ਼ਹਿਦ ਖਾਂਦੇ ਆ, ਹੁਣ ਉਹਨਾਂ ਦਾ ਕੀ ਆ? ਉਹ ਉਹਨਾਂ ਦਾ ਉਹ ਆ ਤੇ ਆਪਾਂ ਐਂ ਕਰਕੇ ਖਾਂਦੇ, ਰਾਈਟ। ਸੋ ਬੇਸਿਕਲੀ ਗੱਲ ਕੀ ਆ ਕਿ ਜਦੋਂ ਹੁਣ ਇਹਨੇ ਆਪਣਾ ਕੰਮ ਕਰਤਾ, ਇਹਨੂੰ ਇਹਦੇ ਨਾਲ ਨਾ ਤਾਂ ਨੁਕਸਾਨ ਹੈ ਨਾ ਕੋਈ ਫਾਇਦਾ, ਨਾ ਨੁਕਸਾਨ ਤੇ ਨਾ ਕੋਈ ਫਾਇਦਾ, ਪਰ ਇਹਨਾਂ ਵਿਚਾਰਿਆਂ ਦਾ ਘਰ ਬਣ ਗਿਆ। ਆਏ ਹਾਏ, ਇਹ ਕਹਿੰਦੇ ਹੋਣਗੇ ਵੀ ਅਸੀਂ ਵੀ, ਸਾਡੀ ਵੀ ਇੱਕ ਜੂਨੀ ਨਿਕਲ ਗਈ, ਜਿਵੇਂ 84 ਲੱਖ ਜੂਨਾ ਕਹਿੰਦੇ ਨਾ, ਕਿਉਂਕਿ ਜੇ ਇਹ ਕਰੂਗੀ ਤਾਂ ਇਹਦੇ ਤੇ ਮਾਈਕਰੋ ਆਰਗੇਨਿਜ਼ਮ ਪੈਦਾ ਹੋਣਗੇ। ਇਹ ਕਹਿੰਦੇ ਹੋਣਗੇ ਸਾਡੀ ਇੱਕ ਜੂਨ ਹੋਰ ਨਿਕਲ ਗਈ, ਹੇ ਮਾਤਾ ਇੱਕ ਹੋਰ ਕਰ ਦੇ, ਸਾਡੇ ਹੋਰ ਭੈਣ ਭਰਾ ਨਿਕਲੇ ਹੋਣਗੇ, ਰਾਈਟ। ਸੋ ਬੇਸਿਕਲੀ ਗੱਲ ਕੀ ਆ ਕਿ ਇੱਥੇ ਮਾਈਕਰੋ ਆਰਗੇਨਿਜ਼ਮ ਆ ਜਿਹੜੇ ਉਹ ਸਰਵਾਈਵ ਕਰਦੇ ਆ। ਸਰਵਾਈਵ ਤਾਂ ਕਰਦੇ ਕਿਉਂਕਿ ਓਬਵੀਅਸ ਗੱਲ ਆ, ਉਹ ਪੈਦਾ ਹੋ ਜਾਂਦੇ ਇਹਦੇ, ਯਾਨੀ ਕਿ ਜੋ ਵੀ ਰਿਐਕਸ਼ਨਸ ਵਗੈਰਾ ਪ੍ਰੋਸੈਸ ਹੁੰਦਾ ਗਾ। ਚਲੋ ਖੈਰ, ਤਾਂ ਇਹ ਉਦਾਹਰਨ ਕਿਹਦੀ ਆ ਕਿ ਫਾਇਦਾ ਹੋ ਰਿਹਾ। ਕਿਹਨੂੰ ਫਾਇਦਾ ਹੋ ਰਿਹਾ? ਇਹਨਾਂ ਨੂੰ, ਕਿਉਂਕਿ ਇਹਨਾਂ ਦਾ ਘਰ ਬਣ ਗਿਆ, ਰਾਈਟ। ਪਰ ਇਹਨੂੰ ਨਾ ਤਾਂ ਫਾਇਦਾ, ਹੁਣ ਇਹ ਤਾਂ ਨਹੀਂ ਕਹੂਗੀ ਵੀ ਭਾਈ ਇੱਥੇ ਨਹੀਂ ਪੈਦਾ ਹੋਣਾ, ਇਹ ਤਾਂ ਮੇਰਾ, ਮੈਂ ਨਹੀਂ ਕਿਸੇ ਨੂੰ ਆਉਣ ਦਿੰਦੀ, ਇਹ ਤਾਂ ਨਹੀਂ। ਇਹਨੇ ਕਰਤਾ ਕੁਦਰਤੀ ਪ੍ਰੋਸੈਸ ਆ ਕਿ ਉਹਨਾਂ ਦਾ ਘਰ ਬਣ ਗਿਆ, ਰਾਈਟ ਹੋ ਗਿਆ। ਸੋ ਬੇਸਿਕਲੀ ਇਹ ਚੀਜ਼ ਆ ਕਿ ਇੱਕ ਦਾ ਫਾਇਦਾ ਤੇ ਇੱਕ ਦਾ ਨਾ ਫਾਇਦਾ ਤੇ ਨਾ ਨੁਕਸਾਨ। ਸੋ ਇਸ ਸਟੇਟਮੈਂਟ ਨੂੰ ਕੀ ਕਹਿੰਦੇ ਆ? ਕਮੈਂਸਲਿਜ਼ਮ, ਯਾਨੀ ਆ ਪਿਆ, ਠੀਕ ਹੈ। ਹੁਣ ਪੋਜ਼ਿਟਿਵ ਐਸੋਸੀਏਸ਼ਨ ਦੇ ਵਿੱਚ ਦੋ ਹੁੰਦੇ ਆ, ਮੈਂ ਇੱਕ ਦੱਸ ਜਾਣਾ, ਹਾਲਾਂਕਿ ਬਹੁਤ ਹੈ। ਅਮੈਂਸਲਿਜ਼ਮ ਹੋ ਗਿਆ, ਪੈਰਾਸਿਟਿਜ਼ਮ ਹੋ ਗਿਆ, ਜਾਂ ਪ੍ਰੀਡੇਸ਼ਨ ਹੋ ਗਿਆ, ਬਹੁਤ ਸਾਰੇ। ਇਹਦੇ ਵਾਸਤੇ ਆਪਾਂ ਡਿਟੇਲ ਦੇ ਵਿੱਚ, ਜਾਂ ਓਬਵੀਅਸ ਗੱਲ ਆ ਹੌਲੀ ਹੌਲੀ ਆਪਾਂ ਇੱਥੇ ਵੀ ਪੜ੍ਹੀ ਜਾਵਾਂਗੇ, ਰਾਈਟ। ਸੋ ਬੇਸਿਕਲੀ ਇੱਕ ਹੁੰਦਾ ਮਿਊਚੁਅਲਿਜ਼ਮ ਵੀ ਪੋਜ਼ਿਟਿਵ ਐਸੋਸੀਏਸ਼ਨ ਦੇ ਵਿੱਚ ਆਉਂਦਾ। ਪੋਜ਼ਿਟਿਵ ਐਸੋਸੀਏਸ਼ਨ ਦੇ ਵਿੱਚ ਦੋ ਹੈ, ਇੱਕ ਤਾਂ ਮਿਊਚੁਅਲਿਜ਼ਮ ਹੈ, ਇੱਕ ਕਮੈਂਸਲਿਜ਼ਮ ਹੈ। ਕਮੈਂਸਲਿਜ਼ਮ ਦਾ ਪਤਾ ਲੱਗ ਗਿਆ। ਮਿਊਚੁਅਲਿਜ਼ਮ ਦੇ ਵਿੱਚ ਕੀ ਹੁੰਦਾ ਕਿ ਦੋਨਾਂ ਦਾ ਫਾਇਦਾ,
म्यूचुअल अंडरस्टैंडिंग आप कहना भी अपने का भरा वाली गल आ म्यूचुअल अंडरस्टैंडिंग है। सो म्यूचुअल अंडरस्टैंडिंग जो मान लो एक स्पीसीज़ का दूसरे के म्यूचुअल अंडरस्टैंडिंग हो तो उन्होंने दोनों का फायदा। जेकर तुम एग्जाम्पल पढ़नी है तो एग्जाम्पल सुन लो। मगरमच्छ अपना मूँह खोल के बह जाता बाहर जो मास मूस पूरा रज्जा रज्जा पुज्जा होंगे उन्हें होर कुछ नहीं करना होंगे कोई शिकार नहीं करना होंगे धुप्पे आता बाहर निकलता तो एडा वड्डा आपका मूँह खोल के बह जाता जो मूँह खोल के बह जाता तो कुछ बर्ड्स आते हैं कुछ पंछी आते हैं वो दंदां दे विच आके बह जाते हैं यानी वो मूँह के जाके बैठ जाते हैं तो वो दंदां तो वो मास कढ़ कढ़ खाते हैं वो दोनों का फायदा किमें भला वो दंदां दे विच जो मास फसिया हुआ वो मगरमच्छ वास्ते मैल है दंदां दी तो वो बेसिकली अपनी मैल कढ़ा रहा भी दंदां दे विचों आलतू फालतू मास निकल जे तो ढिड किहदा भर रहा गा उन्होंने पंछियों का उन्होंने जानवरों का जोड़े उत्थे बैठे तो मगरमच्छ उन्होंने खाता नहीं भी भाई कढ़ लो ठीक है वो सफाई हो गई उन्होंने ढिड भर गया। पॉलीनेशन फुल ते आके जो आप कहने भी तितली आके बह गई जो कोई भौरा आके बह गया पॉलीनेशन होंगी है राइट वह ढिड भर गया तो कितने बीज डिग पे उत्थे पौधा उगया दोनों का फायदा हो गया ਜਾਂ फुल उगन ਲਈ पॉलीनेशन होंगी है तो बहुत तरह की है एग्जाम्पल तो आप बहुत लै सकते हैं। सो उन्होंने आप की कहने म्यूचुअलिज्म यानी दोनों की आपसी अंडरस्टैंडिंग यानी यदा भी फायदा यदा भी फायदा। इस तरीके प्रीडेशन होंगे इस तरीके एमेंसलिज्म होंगे इस तरीके पैरासिटिज्म होंगे तो फिर भाई वो वास्ते डिटेल के पढ़ना चाहिए तो उस डिटेल के कितने पढ़ सकते हो मैं एंड ते दस के जाऊँगा राइट। चलो खैर मेरे हिसाब से तुम समझ गए होंगे वह आंसर की आ गया भाई कमेंसलिज्म यानी एक का फायदा तो दूसरे का ना फायदा तो ना नुकसान। चलिए सो डेफिनेशन है बेसिकली इन्हों की कहा जाता। चलो इस तो बाद आ गया कहना ड्यू टू रैडिकल व्यूज विच ऑफ द फॉलोइंग सोशल रिफॉर्मर वाज एक्सपैल्ड फ्रॉम ब्रह्मो समाज 1865। तो सोशल रिफॉर्म मूवमेंट के आप चंगी तरह पढ़िया होया कि 1828 के आप ब्रह्मो समाज की गल करते कि राजा राम मोहन रॉय आए राजा राम मोहन रॉय ने ब्रह्मो समाज की यानी कि जी हैगी स्टार्टिंग की 1829 के जो आप सती प्रथा की गल करते हैं कि सती प्रथा को रिमूव कर दिता जाता गा राइट हो गया। तो बेसिकली गल की है कि सोशल रिफॉर्म मूवमेंट चली ही इस करके सी जिमें मुस्लिम के भी चली है सिखां के भी चली है इस तरीके हिंदुओं के भी चली है कि अपने भाई आसे पासे जो सोशली है आप बैकवर्ड है क्योंकि ऑबवियस गल है कि अपने उस टाइम पर बाहर जाके पढ़न लग गए मॉडर्न हो गए उन्होंने पता लग गया कि अपने किहड़ियां कमियां तो उन्होंने कमियों को दूर करने पिछे उन्होंने सोशल रिफॉर्म मूवमेंट्स की जिहदे ब्रह्मो समाज भी एक मूवमेंट सी। ब्रह्मो समाज बनाया गया सी सती प्रथा औरतों ते अत्याचार विडो रीमैरिज। सो बेसिकली ये सारा कुछ लिया गया कि भाई सती नहीं होनी चाहिए। सती प्रथा का मतलब की सीगा कि जो घर वाला मर जाता सीगा तो उस तो बाद घर वाली भी कहते भी तेनों भी नाल पाउणा पऊ भाई तू भी नाल ही मर राइट। सो इस बेसिकली सती प्रथा नूं जिहड़ा हैगा उसनूं खत्म किया गया जिहड़ा कि बहुत ही गलत काम सी ऑबवियस गल है राइट। अज भी तुहानूं किते ना किते बहुत बैकवर्ड पिंडां दे विच देखण नूं मिल जूगा यानी उस टाइम की तो देख लो भी कितना ज़्यादा होगा जो अज भी थोड़ा थोड़ा बहुत मिलता है राइट। सो सती प्रथा का बेसिकली अंत किया गया। तो ब्रह्मो समाज तो बाद वो दविंद्रनाथ टैगोर आए इस तरीके दविंद्रनाथ टैगोर ने एक आचार्य रखा। आचार्य का मतलब जो प्रीचर होंगे यानी कि दूर दूर तक प्रमोट करता वह नाम सीगा केशव चंद्र सेन। अच्छा मैं तो आंसर ही दस बैठा चलो तो केशव चंद्र सेन सी। केशव चंद्र सेन के जोड़े व्यू से थोड़े जे ज़्यादा मॉडर्न सी रैडिकल सी। जो केशव चंद्र सेन को आचार्य बनाया गया तो ये महाराज जी कहते भी सती प्रथा का अंत होना चाहिए वो तो हो गया। ये कहते विडो रीमैरिज वो कहते जी होगी। इन्होंने कहता भाई इंटरकास्ट मैरिज भी होनी चाहिए। हो सकता थोड़ा अज तो ठीक लगे भी चलो ये तो बहुत वधिया गल है पर उस टाइम पर यह बहुत रैडिकल सी। यानी ब्रह्मो समाज का जोड़ा मेन मकसद से वो इंटरकास्ट मैरिज मूरिज का कुछ नहीं सीगा। इन्होंने थोड़ा जिहा गाह वधाता तो इस चीज़ को ना मंजूर करते हुए टैगोर साहब ने कहते भाई अपना निकलो। तो बेसिकली उस तो बाद ब्रह्मो समाज के पाड़ हो गए सी। तो केशव चंद्र सेन आ जोड़े उन्होंने उस एज ए आचार्य की पोस्ट तो कढ़ता सी राइट। सो इंटरकास्ट मैरिज होगी तो इन्होंने इस चीज़ को प्रमोट करना स्टार्ट करता सी। ये कहते ब्रह्मो समाज का साडा गोल नहीं हैगा। साडा गोल सती प्रथा जां औरतों की जो जिंदगी है उसनूं सुधारना जां विडो रीमैरिज करनी पर कास्ट दे विच इंटरकास्ट की गलबात नहीं की। सो केशव चंद्र सेन नूं बेसिकली कढ़ दिता गया। बाकी होर भी केशव चंद्र सेन ते आरोप लगते सी। इहदी खुद की 13 साल की कुड़ी सी तो उहदा विआह करता सी एक प्रिंस सी एक राजा सी उहदे नाल एंड जिवें दाज प्रथा नहीं देनी इन्होंने दाज भी देता
ਰਾਈਟ। ਡੌਰੀ ਜਿਵੇਂ ਆਪਾਂ ਪੈਸਿਆਂ ਦੀ ਗੱਲ ਕਰਦੇ ਵੀ ਨਹੀਂ ਦੇਣਾ ਚਾਹੀਦਾ ਭਾਈ ਦਾਜ, ਰਾਈਟ। ਤਾਂ ਇਹਨਾਂ ਨੇ ਮਹਾਰਾਜ ਜੀ ਨੇ ਦਾਜ ਵੀ ਦੇਤਾ, ਯਾਨੀ ਉਹ ਸਾਰੀਆਂ ਪਰੰਪਰਾਵਾਂ ਸਾਰੀਆਂ ਇਹਨਾਂ ਨੇ ਕੀਤੀਆਂ ਜਿਹੜਾ ਬ੍ਰਹਮੋ ਸਮਾਜ ਰੋਕਦਾ ਸੀ। ਤਾਂ ਕਹਿੰਦੇ ਭਾਈ ਤੁਸੀਂ ਤਾਂ ਆਚਾਰੀਆਂ ਹੋ ਖੁਦ ਹੋ, ਜਿਵੇਂ ਫੋਰ ਐਗਜ਼ਾਮਪਲ ਮੈਂ ਕਹਾਂ ਕਿ ਕੋਈ ਬਾਬਾ ਹੈਗਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਭਾਸ਼ਣ ਦੇ ਰਿਹਾ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ, ਤੇ ਪੈਗ ਲਾ ਕੇ ਕਹਿ ਰਿਹਾ ਪਰ ਉਹ ਰਾਈਟ ਆ। ਸੋ ਬੇਸਿਕਲੀ ਉਹ ਚੀਜ਼ ਆ ਕਿ ਪੈਗ ਲਾ ਕੇ ਲੋਕਾਂ ਨੂੰ ਪ੍ਰੀਚ ਕਰ ਰਿਹਾ ਵੀ ਭਾਈ ਸ਼ਰਾਬ ਨਹੀਂ ਪੀਣੀ ਚਾਹੀਦੀ, ਰਾਈਟ ਆ। ਸੋ ਬੇਸਿਕਲੀ ਇਹ ਚੀਜ਼ ਆ। ਸੋ ਇਸ ਤਰੀਕੇ ਦੇ ਨਾਲ ਇਹਨਾਂ ਤੇ ਵੀ ਕੁਝ ਦੋਸ਼ ਲੱਗੇ ਹੋਏ ਸੀ, ਠੀਕ ਹੈ। ਸੋ ਇਸ ਕਰਕੇ ਇਹਨਾਂ ਨੂੰ ਬੇਸਿਕਲੀ ਕੱਢ ਦਿੱਤਾ ਸੀ ਬ੍ਰਹਮੋ ਸਮਾਜ ਦੇ ਵਿੱਚੋਂ। ਨੈਕਸਟ ਕੁਐਸਚਨ ਆ ਗਿਆ ਭਾਈ, ਕਹਿੰਦਾ ਜੀ ਕੰਸਰਨਿੰਗ ਗਾਂਧੀ ਇਰਵਿਨ ਪੈਕਟ ਕੰਸੀਡਰ ਦ ਫਾਲੋਇੰਗ ਸਟੇਟਮੈਂਟਸ। ਗਾਂਧੀ ਇਰਵਿਨ ਪੈਕਟ, ਹੁਣ ਇਹਦੇ ਬਾਰੇ ਵੀ ਜਾਣ ਲਓ। ਸਾਈਮਨ ਕਮਿਸ਼ਨ ਦੀ ਰਿਪੋਰਟ ਜਦੋਂ ਆਈ, ਸਾਈਮਨ ਕਮਿਸ਼ਨ ਦੀ ਰਿਪੋਰਟ ਨਹੀਂ, ਸਾਈਮਨ ਕਮਿਸ਼ਨ ਹੀ ਜਦੋਂ ਸੈਟਅਪ ਕੀਤਾ ਗਿਆ 1927-28, ਤੁਹਾਨੂੰ ਪਤਾ ਹੋਊਗਾ ਸਾਈਮਨ ਕਮਿਸ਼ਨ ਆਪਾਂ ਬਹੁਤ ਵਾਰੀ ਪੜ੍ਹਿਆ। ਸਾਈਮਨ ਕਮਿਸ਼ਨ ਦਾ ਗੋ ਬੈਕ ਦੇ ਨਾਰੇ ਲੱਗੇ ਹੀ ਇਸ ਕਰਕੇ ਕਿ ਭਾਈ ਸਾਰੇ ਉਹਦੇ ਵਿੱਚ ਵਾਈਟ ਸੀ, ਸਾਰੇ ਚਿੱਟੇ ਸੀ, ਸਾਰੇ ਅੰਗਰੇਜ਼ ਸੀ। ਉਹ ਕਹਿੰਦੇ ਭਾਈ ਤੁਸੀਂ ਸਾਡਾ ਭਲਾ ਕੀ ਕਰੋਗੇ, ਸਾਰੇ ਤਾਂ ਅੰਗਰੇਜ਼ ਤੁਰੇ ਫਿਰਦੇ ਆ, ਸਾਡੇ ਭਲੇ ਵਾਸਤੇ ਵੀ ਕੁਝ ਕਰੋ। ਇਹ ਮਹਾਰਾਜ ਕੀ ਕਹਿੰਦੇ ਵੀ ਤੁਸੀਂ ਇੰਡੀਅਨ ਹੋ, ਤੁਸੀਂ ਮੂਰਖ ਹੋ, ਤੁਸੀਂ ਯਾਨੀ ਅਨਪੜ੍ਹ ਹੋ, ਤੁਹਾਡੇ ਤੋਂ ਰਿਪੋਰਟ ਬਣਨੀ ਹੀ ਨਹੀਂ। ਤਾਂ ਆਪਣੇ ਵਾਲੇ ਚੜ ਗਏ ਕਿਉਂਕਿ ਕਾਂਗਰਸ ਸੀਗੀ, ਕਾਂਗਰਸ ਪਾਰਟੀ। ਆਪਣੇ ਵਾਲੇ ਕਹਿੰਦੇ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ ਕਹਿੰਦੇ ਮਹਾਤਮਾ ਗਾਂਧੀ ਸਾਡੇ ਕੋਲ ਬਹੁਤ ਹੈ, ਕਹਿੰਦੇ ਅਸੀਂ ਰਿਪੋਰਟ ਅਸੀਂ ਤਿਆਰ ਕਰਾਂਗੇ। ਤਾਂ ਆਲ ਇੰਡੀਆ ਪਾਰਟੀ, ਯਾਨੀ ਆਲ ਇੰਡੀਆ ਪਾਰਟੀ ਦਾ ਮਤਲਬ ਕਿ ਆਲ ਇੰਡੀਆ ਪਾਰਟੀ ਕਾਨਫਰੰਸ ਹੋਈ ਜਿਹਦੇ ਵਿੱਚ ਨਹਿਰੂ ਯਾਨੀ ਮੋਤੀ ਲਾਲ ਨਹਿਰੂ ਨੇ ਅਗਵਾਈ ਕੀਤੀ। ਕਹਿੰਦੇ ਵੀ ਅਸੀਂ ਰਿਪੋਰਟ ਤਿਆਰ ਕਰਦੇ ਹਾਂ। ਇਹ ਕਹਿੰਦੇ ਠੀਕ ਆ ਤੁਸੀਂ ਆਪਣੀ ਰਿਪੋਰਟ ਤਿਆਰ ਕਰ ਲਓ, ਅਸੀਂ ਆਪਣੀ ਰਿਪੋਰਟ ਤਿਆਰ ਕਰ ਲਾਂਗੇ। ਤਾਂ ਸਾਈਮਨ ਕਮਿਸ਼ਨ ਨੇ ਆਪਣੀ ਰਿਪੋਰਟ ਤਿਆਰ ਕੀਤੀ, ਨਹਿਰੂ ਨੇ ਆਪਣੀ ਰਿਪੋਰਟ ਤਿਆਰ ਕੀਤੀ, ਜਿਹਨੂੰ ਨਹਿਰੂ ਰਿਪੋਰਟ ਵੀ ਕਿਹਾ ਜਾਂਦਾ। ਜਦੋਂ ਨਹਿਰੂ ਰਿਪੋਰਟ ਨੇ ਆਪਣੀ ਰਿਪੋਰਟ ਤਿਆਰ ਕੀਤੀ ਤਾਂ ਕਹਿੰਦੇ ਸਾਨੂੰ ਡੋਮੀਨੀਅਨ ਯਾਨੀ ਸਾਨੂੰ ਜਿਹੜਾ ਸੈਪਰੇਟ ਡੋਮੀਨੀਅਨ ਸਟੇਟਸ ਚਾਹੀਦਾ। ਡੋਮੀਨੀਅਨ ਸਟੇਟਸ ਦਾ ਮਤਲਬ ਉਸ ਟਾਈਮ ਤੇ ਪੂਰਨ ਆਜ਼ਾਦੀ ਨਹੀਂ ਸੀ। ਪੂਰਨ ਆਜ਼ਾਦੀ ਕਿਹਨੂੰ ਕਹਿੰਦੇ ਆ? ਪੂਰਨ ਆਜ਼ਾਦੀ ਦਾ ਮਤਲਬ ਜਿਵੇਂ ਆਪਾਂ ਅੱਜ ਆ ਇੰਡੀਪੈਂਡੈਂਟ, ਆਪਣੇ ਐਕਸਟਰਨਲ ਤੇ ਇੰਟਰਨਲ ਫੈਸਲੇ ਆਪਾਂ ਲੈ ਸਕਦੇ ਹਾਂ। ਬਟ ਡੋਮੀਨੀਅਨ ਸਟੇਟਸ ਦੇ ਵਿੱਚ ਕੁਝ ਜਿਵੇਂ ਡਿਫੈਂਸ ਹੋ ਗਿਆ, ਐਕਸਟਰਨਲ ਅਫੇਅਰਸ ਮਾਮਲੇ ਹੋ ਗਏ, ਯਾਨੀ ਅਲਟੀਮੇਟ ਸੋਵਰਨ ਜਿਹੜਾ ਰਹਿੰਦਾ ਗਾ ਉਹ ਬ੍ਰਿਟਿਸ਼ ਹੀ ਰਹਿਣਗੇ। ਅਸੀਂ ਆਪਣਾ ਕਨਸਟੀਟਿਊਸ਼ਨ ਵੀ ਬਣਾ ਲਾਂਗੇ, ਸਾਰਾ ਕੁਝ ਕਰ ਲਾਂਗੇ, ਪਰ ਅਲਟੀਮੇਟ ਅਥਾਰਟੀ, ਅਲਟੀਮੇਟ ਪਾਵਰ ਅੰਗਰੇਜ਼ਾਂ ਕੋਲ ਹੀ ਰਹੂਗੀ। ਤਾਂ ਆਪਾਂ ਫਿਲਹਾਲ ਮੋਤੀ ਲਾਲ ਨਹਿਰੂ ਰਿਪੋਰਟ ਦੇ ਵਿੱਚ ਆਪਾਂ ਲਿਖਤਾ ਵੀ ਸਾਨੂੰ ਇਹ ਚਾਹੀਦਾ, ਸਾਡੀ ਰਿਪੋਰਟ ਵੀ ਅਸੀਂ ਵੀ ਰਿਪੋਰਟ ਤਿਆਰ ਕਰਤੀ ਤੇ ਆਪਾਂ ਇਹਨਾਂ ਨੂੰ ਦੇਤਾ ਵੀ ਆਹ ਚੱਕੋ, ਰਾਈਟ। ਸੋ ਬੇਸਿਕਲੀ ਫਿਰ ਇਹਨਾਂ ਦੋਨਾਂ ਰਿਪੋਰਟਾਂ ਦੇ ਵਿੱਚ ਕਨਫਲਿਕਟ ਹੋ ਗਿਆ, ਇਹਦੀ ਰਿਪੋਰਟ ਵੀ ਆ ਗਈ, ਇਹਦੀ ਰਿਪੋਰਟ ਵੀ ਆ ਗਈ। ਉਦੋਂ ਬਾਅਦ ਜਦੋਂ ਇਸ ਤੇ ਇਹਨਾਂ ਨੇ ਹਰੀ ਝੰਡੀ ਨਹੀਂ ਦਿੱਤੀ ਤਾਂ ਫਿਰ ਨਾਲ ਦੀ ਨਾਲ ਜਵਾਹਰ ਲਾਲ ਨਹਿਰੂ ਕਹਿੰਦੇ ਵੀ ਤੁਸੀਂ ਇਹਨਾਂ ਦੇ ਕਿਉਂ ਚਿੱਠੀਆਂ ਪਾ ਰੱਖੀਆਂ, ਆਪਾਂ ਡੋਮੀਨੀਅਨ ਸਟੇਟਸ ਕਿਉਂ ਮੰਗ ਰਹੇ ਹਾਂ, ਆਪਾਂ ਪੂਰਨ ਸਵਰਾਜ ਦੀ ਮੰਗ ਕਰੀਏ। ਤਾਂ ਲਾਹੌਰ ਸੈਸ਼ਨ 1929 ਦੇ ਵਿੱਚ ਲੱਗਦਾਗਾ, ਲਾਹੌਰ ਸੈਸ਼ਨ ਦੇ ਵਿੱਚ ਪੂਰਨ ਸਵਰਾਜ ਦੀ ਮੰਗ ਕੀਤੀ ਜਾਂਦੀ ਹੈ। ਤੁਸੀਂ ਕਹੋਗੇ ਯਾਰ ਆਪਾਂ ਗਾਂਧੀ ਇਰਵਿਨ ਪੈਕਟ ਦੀ ਗੱਲ ਕਰ ਰਹੇ ਹਾਂ, ਤੁਸੀਂ ਗੱਲ ਕਿਹਦੀ ਕਰਨ ਲੱਗੇ, ਹੁਣ ਪਤਾ ਲੱਗੂਗਾ। ਤਾਂ ਜਦੋਂ ਲਾਹੌਰ ਸੈਸ਼ਨ ਦੇ ਵਿੱਚ ਪੂਰਨ ਸਵਰਾਜ ਦੀ ਮੰਗ ਉੱਠੀ ਕਿ ਸਾਨੂੰ ਤਾਂ ਹੁਣ ਡੋਮੀਨੀਅਨ ਸਟੇਟਸ ਚਾਹੀਦਾ ਹੀ ਨਹੀਂ, ਸਾਨੂੰ ਤਾਂ ਕੰਪਲੀਟ ਇੰਡੀਪੈਂਡੈਂਸ ਚਾਹੀਦੀ ਹੈ। ਤਾਂ ਜਦੋਂ ਕੰਪਲੀਟ ਇੰਡੀਪੈਂਡੈਂਸ ਦੀ ਗੱਲ ਚੱਲੀ ਲਾਹੌਰ ਸੈਸ਼ਨ ਦੇ ਵਿੱਚ ਤਾਂ 26 ਜਨਵਰੀ 1930 ਨੂੰ ਤਿਰੰਗਾ ਲਹਿਰਾਤਾ। ਇਸੇ ਕਰਕੇ 26 ਜਨਵਰੀ ਨੂੰ ਆਪਾਂ ਰਿਪਬਲਿਕ ਡੇ ਮਨਾਉਣੇ ਆ, ਰਾਈਟ ਹੋ ਗਿਆ। ਸੋ 26 ਜਨਵਰੀ 1950 ਨੂੰ ਕਨਸਟੀਟਿਊਸ਼ਨਲ ਆਪਣਾ ਜਿਹੜਾ ਹੈਗਾ ਇੰਪਲੀਮੈਂਟ ਕੀਤਾ ਗਿਆ। ਚਲੋ ਖੈਰ ਉਹ ਬਾਅਦ ਦੀ ਗੱਲ ਆ। ਸੋ ਬੇਸਿਕਲੀ ਜਦੋਂ ਦੋਨੇ ਰਿਪੋਰਟਾਂ ਦੇ ਵਿੱਚ ਕਨਫਲਿਕਟ ਹੋਇਆ, ਨਾਲ ਦੀ ਨਾਲ ਮਹਾਤਮਾ ਗਾਂਧੀ ਕਹਿੰਦੇ ਆਪਾਂ ਵੀ ਚਲੋ ਜਿਹੜਾ ਹੈਗਾ ਅੰਦੋਲਨ ਚਲਾਓ, ਰਾਈਟ। ਸੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਚੱਲਿਆ। ਸੋ ਜਦੋਂ ਮਹਾਤਮਾ ਗਾਂਧੀ ਐਕਸ਼ਨ ਕਰਦੇ ਸੀ ਤਾਂ ਬਹੁਤ ਜਾਣਿਆਂ ਦੇ ਯਾਨੀ ਤੁਸੀਂ ਕਹਿ ਲਓ ਵੀ ਬਹੁਤ ਤਰ੍ਹਾਂ ਦੀ ਭੀੜ ਆ ਜਿਹੜੀ ਮਹਾਤਮਾ ਗਾਂਧੀ ਨਾਲ ਰਲ ਜਾਂਦੀ ਸੀ। ਸੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੋਇਆ। ਫਿਰ ਅੰਗਰੇਜ਼ਾਂ ਨੂੰ ਹੱਥੋਂ ਪਈ, ਉਹ ਕਹਿੰਦੇ ਭਾਈ ਆਪਾਂ ਰਾਊਂਡ ਟੇਬਲ ਕਾਨਫਰੰਸ ਕਰਦੇ ਹਾਂ। ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਚਰਚੇ ਕਰਦੇ ਹਾਂ। ਵਿੱਚ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਵੀ ਸੀਗੇ। ਉਹ ਕਹਿੰਦੇ ਵੀ ਜਿਵੇਂ ਤੁਸੀਂ ਮੁਸਲਿਮ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ, ਸਿੱਖਾਂ ਨੂੰ ਦਿੱਤਾ ਜਾਂ ਜਿਹੜੇ ਕ੍ਰਿਸਚਨ ਨੂੰ ਦਿੱਤਾ, ਜਿਵੇਂ ਆਪਾਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਯਾਨੀ ਕਿ ਉਹਨਾਂ ਦੇ ਰਿਪਰੈਜ਼ੈਂਟੇਟਿਵ ਲੜ ਰਹੇ ਆ, ਐਵੇਂ ਰਿਜ਼ਰਵਡ ਕੈਟਾਗਰੀ ਵਾਲੇ ਵੀ ਹੈਗੇ, ਜਿਹੜੇ ਸ਼ਡਿਊਲ ਕਾਸਟ ਹੈ, ਜਿਹੜੇ ਸ਼ਡਿਊਲ ਟਰਾਈਬ ਹੈ, ਯਾਨੀ ਜਿਹੜੇ ਪਿਛੜੇ ਹੋਏ ਆ, ਬੈਕਵਰਡ ਕਲਾਸਿਸ ਆ, ਤੁਸੀਂ ਉਹਨਾਂ ਨੂੰ ਵੀ ਸੈਪਰੇਟ ਇਲੈਕਟੋਰੇਟ ਦਿਓ, ਰਾਈਟ। ਸੋ ਬੀ ਆਰ ਅੰਬੇਦਕਰ ਸਾਹਿਬ ਆਪਣੀ ਚਰਚਾ ਕਰ ਰਹੇ ਸੀ। ਸੋ ਰਾਊਂਡ ਟੇਬਲ ਕਾਨਫਰੰਸਾਂ 3 ਹੋਈਆਂ। ਪਹਿਲੀ ਰਾਊਂਡ ਟੇਬਲ ਕਾਨਫਰੰਸ ਜਦੋਂ ਗਈ ਤਾਂ ਕਾਂਗਰਸ ਇਸੇ ਚੱਕਰ ਦੇ ਵਿੱਚ ਸਿਵਲ ਡਿਸਓਬੀਡੀਐਂਸ ਦੇ ਮੂਵਮੈਂਟ ਦੇ ਕਰਕੇ ਜਾਂ ਇਹ ਕਹਿ ਲਓ ਵੀ ਸਾਈਮਨ ਕਮਿਸ਼ਨ ਦੀ ਰਿਪੋਰਟ ਜਿਹੜੀ ਆਉਣੀ ਸੀ ਜਾਂ ਇਹਦੇ ਕਰਕੇ ਵੀ ਭਾਈ ਅਸੀਂ ਨਹੀਂ ਪਾਰਟਿਸਿਪੇਟ ਕਰਦੇ। ਸੋ ਪਹਿਲੀ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਕਾਂਗਰਸ ਨੇ ਪਾਰਟਿਸਿਪੇਟ ਕੀਤਾ ਹੀ ਨਹੀਂ। ਤਾਂ ਫਿਰ ਉਸ ਤੋਂ ਬਾਅਦ ਇਰਵਨ ਜਿਹੜਾ ਵਾਇਸਰਾਏ ਸੀਗਾ, ਲਾਰਡ ਇਰਵਨ ਨੂੰ ਕਿਹਾ ਵੀ ਗਾਂਧੀ ਜੀ ਨੂੰ ਜਾ ਕੇ ਮਿਲੋ ਕਿ ਭਾਈ ਆਪਣਾ ਸਿਵਲ ਡਿਸਓਬੀਡੀਐਂਸ ਖਤਮ ਕਰੋ ਤੇ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਲ ਹੋ। ਇਸੇ ਕਰਕੇ ਗਾਂਧੀ ਇਰਵਿਨ ਪੈਕਟ ਹੋਇਆ ਤੇ ਉਸ ਤੋਂ ਬਾਅਦ ਫੋਲੋਇੰਗ ਦਾ ਪੈਕਟ ਗਾਂਧੀ ਜੀ ਨੇ ਸਸਪੈਂਡ ਕੀਤੀ ਸਿਵਲ ਡਿਸਓਬੀਡੀਐਂਸ ਮੂਵਮੈਂਟ
ਤੇ ਸੈਕੰਡ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਹਿੱਸਾ ਲੈ ਲਿਆ। ਇਸੇ ਕਰਕੇ ਪੁੱਛਿਆ ਜਾਂਦਾ ਹੁੰਦਾ ਕਿ ਮਹਾਤਮਾ ਗਾਂਧੀ ਜੀ ਨੇ ਜਾਂ ਕਾਂਗਰਸ ਨੇ ਕਿਹੜੇ ਸੈਸ਼ਨ ਦੇ ਵਿੱਚ ਭਾਗ ਲਿਆ ਸੀ? ਰਾਉਂਡ ਟੇਬਲ ਕਾਨਫਰੰਸ ਦੇ ਦੂਸਰੇ ਸੈਕੰਡ ਟੇਬਲ ਕਾਨਫਰੰਸ ਦੇ ਵਿੱਚ ਹਿੱਸਾ ਲਿਆ ਸੀ। ਉਸ ਤੋਂ ਬਾਅਦ ਤੀਜਾ ਵੀ ਹੋਇਆ ਸੀ, ਉਹਦੇ ਵਿੱਚ ਫੇਰ ਨਹੀਂ ਹਿੱਸਾ ਲਿਆ, ਉਹ ਚਲੋ ਬਾਅਦ ਦੀ ਗੱਲ ਹੈ। ਮੈਂ ਇਹਦੇ ਵਿੱਚ ਵੀ ਬਹੁਤ ਡਿਟੇਲ ਕਰਾਈ ਜਾਂਦਾ, ਦੇਖੋ ਜਦੋਂ ਮੈਂ ਡਿਟੇਲ ਐਕਚੁਅਲ ਦੇ ਵਿੱਚ ਕਰਾਉਂਦਾ ਹੋ ਤਾਂ ਕਿੰਨੀ ਕਰਾਉਂਦਾ ਹੋ। ਚਲੋ ਖੈਰ, ਸੋ ਪਹਿਲੀ ਸਟੇਟਮੈਂਟ ਬਿਲਕੁਲ ਸਹੀ ਹੈ। ਦੂਸਰਾ ਕੀ ਹੈ ਕਿ ਕਾਂਗਰਸ ਐਗਰੀ ਕਰ ਗਈ ਪਾਰਟਿਸਿਪੇਟ ਕਰਨ ਵਾਸਤੇ ਇਨ ਦਾ ਫਸਟ ਰਾਉਂਡ ਟੇਬਲ ਕਾਨਫਰੰਸ। ਮੈਂ ਹੁਣ ਹੀ ਦੱਸ ਕੇ ਹਟਿਆ ਕਿ ਸੈਕੰਡ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਕਾਂਗਰਸ ਨੇ ਪਾਰਟਿਸਿਪੇਟ ਕੀਤਾ ਸੀ, ਸੋ ਫਸਟ ਦੇ ਵਿੱਚ ਨਹੀਂ। ਸੋ ਇਹ ਸਟੇਟਮੈਂਟ ਹੋਗੀ ਗਲਤ। ਓਨਲੀ वन राइट, सो ए इज द राइट। आई बात समझ में? क्या आप इस वीडियो को शेयर करना चाहोगे? करना चाहिए, क्योंकि हम इतना जोर लगा रहे हैं तो आपको ये सीरीज टनाटन की तरह शेयर करनी चाहिए, ताकि आसपास के बच्चों को पता लगे कि ऐसे भी पढ़ा जाता है। हम बहुत टाइम बाद आए हैं, बस यही है कि मैदान च मैं थोड़ा जिहा लेट उतरिया। कारण की है कि मैं तुहानूं दस्सिया कि कुछ घरेलू मसले सीगे। पहला जनवरी कुछ कोऑपरेटिव इंस्पैक्टर का कोर्स सीगा, उन्होंने बहुत टाइम लग गया। फिर फरवरी के कुछ इंसीडेंट हो गया, मेरी दादी वो गुजर गए। चलो ठीक है, चलो मैं बहुत औखा टाइम कढ़िया हो, चलो वो छड्डो। सो बेसिकली उस तो बाद हौली हौली टाइम निकलता जाता है। सो ये गल्लां बातां किसी को नहीं पता लगदियां, और चलो अनफॉर्चुनेटली जो भी है। बट हाँ, हुण आपां कंटिन्यू करांगे। एंड आह चीज़ तो मैं पक्का ही दसनी है। हुण कहते होंगे भी प्रमोशना करनी जरूरी है, क्योंकि आसे पासे बड़ियां प्रमोशना चलदियां अजकल। चलो 22 मार्च तो लैके 31 मार्च ये मेरा बर्थडे जिहड़ा वीक है, यानी जन्मदिन का वीक है। ऑब्वियस गल है, जन्मदिन आऊगा 27 मार्च को, आप पार्टी पुर्टी इकट्ठे होकर कर सकते हैं। सो सरप्राइज कोर्सिज मैं लॉन्च किए, जिवें ऑल PPSC कोर्स, ऑल पुलिस कोर्स है, या ऑल क्लैरिकल एग्जाम है। यही वीडियो मैं कल पाई सी, तुसीं देख सकते हो। एप्लीकेशन इंस्टॉल करनी है जस्ट तुसीं रेस अकैडमी ऑफिशियल राइट है। जो एप्लीकेशन इंस्टॉल करोगे तो ऑब्वियस गल है, तुहानूं सारे कोर्स उत्थे मिल जाएंगे। डिस्काउंट वगैरह चल रहा है, तुसीं एप्लीकेशन में जाओगे सारी डिटेल तुहानूं मिल जाएगियां। तो बाकी बहुत डिटेल दे विच पढ़ाया जाऊगा, प्रॉपर नोट्स, प्रॉपर किताबां वगैरह चेक करांगे, मतलब बहुत वधिया तरीके नाल राइट। सो जेकर तुहानूं ये सैशन वधिया लग्या तो वध तो वध शेयर करना। थैंक यू वेरी मच। बाबा मेहर करे, चढ़दी कला तुहानूं ते टनाटन सीरीज़ तुहाडी एवें ही चलदी रहू, बहुत वधिया तरीके दे नाल, बहुत ही सौखे ते औखे ते इंपॉर्टेंट ते अनइंपॉर्टेंट, यानी सारा कुछ आपां करांगे वधिया क्वेश्चनस पर एक्सप्लेनेशन दे नाल, जोर ला के इस एनर्जी दे नाल। थैंक यू वेरी मच। बाबा मेहर करे। बाकी सारे लिंक डिस्क्रिप्शन में दिते होया। कोई भी क्वेरी होवे तो तुसीं कदे भी कॉल कर सकते हो, कदे भी मैसेज कर सकते हो। मैं रिप्लाई उदों करूँगा जो फ्री होऊंगा, या फोन उदों पिक करूँगा जो फ्री होऊंगा। 8986906566 राइट। सो थैंक यू वेरी मच। बाय बाय, टेक केयर। आपां होर नवीं विजन मिल जांगे। बाबा नानक मेहर करे।